दातार प्रभु गुरु नानक जग माहे पठाया। चरण धोए रह रास कर चरणामृत सिखा पिलाया। पार ब्रह्म पूरन ब्रह्म कल जुग अंदर एक दिखाया। चारे पैर धर्म दे चार वर्ण एक वर्ण कराया। राना रंग बराबरी पैरी पवना जग वरताया। उल्टा खेल पिरामदा पैरा ऊपर शीस निवाया। कल जुग बाबे तारिया सतनाम पढ़ मंत्र सुनाया। कल तारन गुर नानक आया। कल जुग बाबे तारिया सतनाम पढ़ मंत्र सुनाया। कल तारन गुर नानक आया। सुकौ टल गुर सेविया अहनस सहज सुभाए। दर्शन परसिया गुरु के जन्म मरण दुख जाए। होवै सिफत खसमदी नूर अरसों कुरसों चटिया। तुद डिठे सच्चे पातशाह मल जन्म जन्म दी कटिया। तुद डिठे सच्चे पातशाह मल जन्म जन्म दी कटिया। सतनाम श्री वाहिगुरु साहिब जीओ। मारू महला पहला श्लोक। पतत पुनीत असंख होए हर चरणी मन लाग। 68 तीर्थ नाम प्रभ नानक जिस मस्तक भाग। पतत पुनीत असंख होए हर चरणी मन लाग। वाहिगुरु जी का खालसा वाहिगुरु जी की फतेह। साहिब सतगुरु श्री गुरु ग्रंथ साहिब पातशाह जी ਅੰਮ੍ਰਿਤ ਵੇਲੇ ਤੋਂ ਨਾਮ ਬਾਣੀ ਦੀ ਵਰਖਾ ਕਰ ਰਹੇ ਨੇ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ। ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ। ਸਤਿਗੁਰ ਕਾ ਦਰਸ਼ਨ ਪਾਏ ਜੀ। ਇਹ ਸਤਿਗੁਰਾਂ ਦੀ ਬਾਣੀ ਜੋ ਆਪਾਂ ਸਰਵਣ ਕਰ ਰਹੇ ਹਾਂ ਇਹ ਅੰਮ੍ਰਿਤ ਬਾਣੀ ਹੈ। ਜਿਨ੍ਹਾਂ ਨੇ ਇਸ ਬਾਣੀ ਨੂੰ ਸਰਵਣ ਕੀਤਾ ਹੈ ਜਿਨ੍ਹਾਂ ਨੇ ਇਸ ਬਾਣੀ ਨੂੰ ਪੜ੍ਹਿਆ ਹੈ ਉਹਨਾਂ ਨੂੰ ਪਰਮਗਤ ਕੇਵਲ ਮੋਕਸ਼ ਦੀ ਦਾਤ ਪ੍ਰਾਪਤ ਹੁੰਦੀ ਹੈ। ਵੱਡੇ ਭਾਗ ਬਣੇ ਜੋ ਸਤਿਗੁਰਾਂ ਦੇ ਦਰਬਾਰ ਵਿੱਚ ਆ ਕੇ ਸੁਸ਼ੋਭਿਤ ਹੋਏ ਹਾਂ। ਸਤਿਗੁਰਾਂ ਦੇ ਅੰਮ੍ਰਿਤ ਬਚਨ ਆਓ ਮਨ ਦਾ ਧਿਆਨ ਟਿਕਾ ਕੇ ਸਰਵਣ ਕਰੀਏ।
ਮਿਲ ਕੇ ਆਖੀਏ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹਲਾ ਪਹਿਲਾ। ਸ਼ਲੋਕ। ਮਾਰੂ ਰਾਗ ਦੇ ਅੰਦਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਇਹ ਸ਼ਬਦ ਹੈ। ਪਾਤਸ਼ਾਹ ਜੀ ਸ਼ਲੋਕ ਦੀ ਦਾਤ ਬਖਸ਼ਿਸ਼ ਕਰਦੇ ਪਏ। ਸ਼ਲੋਕ ਤੋਂ ਭਾਵ ਹੈ ਸਵੈ ਲੋਕ ਦੀ ਪ੍ਰਾਪਤੀ। ਜਿਸ ਲੋਕ ਤੋਂ ਇਹ ਬਾਣੀ ਪ੍ਰਾਪਤ ਹੋਈ ਹੈ, ਜਿਹੜਾ ਇਸ ਬਾਣੀ ਨੂੰ ਪੜ੍ਹੇਗਾ ਜਾਂ ਇਸ ਬਾਣੀ ਦੀ ਕਮਾਈ ਕਰੇਗਾ ਸ਼ਬਦ ਦੀ, ਇਹ ਬਾਣੀ ਉਸ ਨੂੰ ਪੜ੍ਹਨ ਵਾਲੇ ਨੂੰ ਉਸ ਲੋਕ ਦੇ ਵਿੱਚ ਲੈ ਕੇ ਜਾਵੇਗੀ ਜਿਸ ਲੋਕ ਸਥਾਨ ਦੀ ਇਹ ਬਾਣੀ ਹੈ। ਮਹਾਰਾਜ ਜੀ ਦਾ ਬਚਨ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਇਹ ਨਿਰੰਕਾਰ ਦਾ ਰੂਪ ਇਹ ਬਾਣੀ ਹੈ। ਜਿਹੜੇ ਇਸ ਨੂੰ ਪੜ੍ਹਨਗੇ ਉਹ ਨਿਰੰਕਾਰ ਦਾ ਹੀ ਰੂਪ ਹੋ ਜਾਣਗੇ। ਐਸੀ ਦਾਤ ਨੂੰ ਇਹ ਬਾਣੀ ਦੇਣ ਵਾਲੀ ਹੈ। ਪਤਿਤ ਪੁਨੀਤ ਅਸੰਖ ਹੋਏ। ਅਸੰਖ ਬੇਗਿਣਤ, ਜਿਨ੍ਹਾਂ ਦੀ ਗਿਣਤੀ ਨਾ ਕੀਤੀ ਜਾਵੇ। ਇਸ ਤਰ੍ਹਾਂ ਦੇ ਜਿਹੜੇ ਬੇਗਿਣਤ ਨੇ, ਗਿਣਤੀ ਤੋਂ ਰਹਿਤ, ਗਿਣਤੀ ਤੋਂ ਪਰੇ ਦੀ ਗੱਲ ਹੈ, ਜਿੱਥੇ ਗਿਣਤੀ ਮੁੱਕ ਜਾਵੇ। ਐਸੇ ਜਿਹੜੇ ਪਾਪੀ ਹਨ, ਪਰਮਾਤਮਾ ਦਾ ਨਾਮ ਉਹਨਾਂ ਨੂੰ ਵੀ ਪਵਿੱਤਰ ਕਰ ਦਿੰਦਾ ਹੈ। ਪਤਤ ਨਾਮ ਡਿੱਗੇ ਹੋਇਆਂ ਦਾ, ਗਿਰਿਆ ਹੋਇਆ ਜਿਨ੍ਹਾਂ ਦਾ ਜੀਵਨ ਹੈ, ਗਿਰੇ ਹੋਏ ਜੀਵਨ ਵਾਲਿਆਂ ਨੂੰ ਵੀ ਉਹਦਾ ਨਾਮ ਪਵਿੱਤਰ ਕਰ ਦਿੰਦਾ। ਕਿੰਨਿਆਂ ਕੁ ਨਹੀਂ ਕਰਦਾ ਹੈ। ਕਹਿਣ ਲੱਗੇ ਅਸੰਖ। ਅਸੰਖ ਤੋਂ ਭਾਵ ਹੈ ਜਿਨ੍ਹਾਂ ਦੀ ਗਿਣਤੀ ਨਾ ਹੋ ਸਕੇ। ਬੇਗਿਣਤ ਆਪਾਂ ਕਹਿ ਦਈਏ, ਗਿਣਤੀ ਤੋਂ ਪਰੇ। ਐਸੇ ਪਾਪੀ ਜਿਹੜੇ ਨੇ ਉਹਨਾਂ ਨੂੰ ਵੀ ਪਰਮਾਤਮਾ ਦਾ ਨਾਮ ਪਵਿੱਤਰ ਕਰਦਾ ਹੈ। ਹਰ ਚਰਨੀ ਮਨ ਲਾਗ। ਪਰ ਗੁਰਮੁਖੋ, ਜਿਨ੍ਹਾਂ ਦਾ ਮਨ ਹਰੀ ਹਰ ਪਰਮੇਸ਼ਰ ਦੇ ਚਰਨਾਂ ਨਾਲ ਲਗਾ ਹੈ, ਉਹ ਪਾਪੀ ਪਵਿੱਤਰ ਹੋਣਗੇ। ਪਾਪੀ ਤੇ ਦੁਨੀਆ ਵਿੱਚ ਬੇਅੰਤ ਨੇ, ਪਰ ਭਲਾ ਉਹਨਾਂ ਦਾ ਹੋਵੇਗਾ ਜਿਹੜੇ ਨਾਮ ਦੇ ਵਿੱਚ ਜੁੜੇ ਨੇ, ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ ਦੇ ਨਾਲ ਆ ਕੇ ਲੱਗਾ ਹੈ। ਐਸੇ ਜਿਹੜੇ ਗੁਰਮੁਖ ਨੇ, ਕਹਿਣ ਲੱਗੇ ਉਹ ਬੇਅੰਤ, ਭਾਵੇਂ ਉਹਨਾਂ ਨੇ ਪਾਪ ਕੀਤੇ ਹੋਣ, ਪਰ ਜਿਨ੍ਹਾਂ ਨੇ ਆਪਣਾ ਚਿੱਤ ਲਾਇਆ ਉਹ ਸੰਸਾਰ ਤੋਂ ਤਰ ਜਾਂਦੇ ਹਨ। 68 ਤੀਰਥ ਨਾਮ ਪ੍ਰਭ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਰਮੇਸ਼ਰ ਦਾ ਨਾਮ 68 ਤੀਰਥ ਹਨ। ਇੱਕ ਪਾਸੇ 68 ਤੀਰਥਾਂ ਦੀ ਯਾਤਰਾ ਕਰਨ ਵਾਸਤੇ ਚੱਲ ਪਿਆ, ਇੱਕ ਪਾਸੇ ਆਪਣੇ ਘਰ ਵਿੱਚ ਹੀ ਬੈਠਾ ਵਾਹਿਗੁਰੂ 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 ਕਰਦਾ ਹੈ। ਕਹਿਣ ਲੱਗੇ 68 ਤੀਰਥਾਂ ਦਾ ਮਹਾਤਮ ਜਿਹੜਾ ਬੜਾ ਵੱਡਾ ਗ੍ਰੰਥਾਂ ਵਿੱਚ ਲਿਖਿਆ ਹੈ, ਪਰ ਨਾਮ ਦਾ ਮਹਾਤਮ ਉਸ ਤੋਂ ਵੀ ਵੱਡਾ ਹੈ। ਪਾਤਸ਼ਾਹ ਕਹਿਣ ਲੱਗੇ ਜਿਹੜੇ ਨਾਮ ਜਪਣਗੇ ਉਹਨਾਂ ਨੂੰ 68 ਤੀਰਥਾਂ ਦੇ ਇਸ਼ਨਾਨ ਦਾ ਫਲ ਮਿਲੇਗਾ। ਫਿਰ ਬਖਸ਼ਿਸ਼ ਕਰਦੇ ਹਨ 68 ਤੀਰਥ ਨਾਮ ਪ੍ਰਭ। ਬਲਕਿ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ, ਉਹਨਾਂ ਫਲ 68 ਤੀਰਥਾਂ ਦੇ ਇਸ਼ਨਾਨ ਦਾ ਨਹੀਂ ਹੈ ਜਿੰਨਾ ਫਲ ਪਰਮਾਤਮਾ ਦੇ ਨਾਮ ਦਾ ਹੈ। ਪਰਮਾਤਮਾ ਦੇ ਨਾਮ ਦਾ ਫਲ ਤੀਰਥਾਂ ਤੋਂ ਵੀ ਵੱਡਾ ਹੈ। ਤੁਹਾਨੂੰ ਕਿਤੇ ਲਿਖਿਆ ਇਹ ਬਚਨ ਨਹੀਂ ਮਿਲੇਗਾ ਵੀ ਇਸ਼ਨਾਨ ਕਰਨ ਦੇ ਨਾਲ, ਕਿਤੇ ਤੀਰਥ ਤੇ ਯਾਤਰਾ ਕਰਨ ਦੇ ਨਾਲ ਮੁਕਤੀ ਮਿਲਦੀ ਹੈ, ਪਰ ਇਹ ਬਚਨ ਜ਼ਰੂਰ ਮਿਲੇਗਾ ਵੀ ਨਾਮ ਜਪਣ ਨਾਲ ਮੁਕਤੀ ਮਿਲਦੀ ਹੈ। ਨਾਮ ਵੱਡਾ ਹੈ ਤੀਰਥ ਸਥਾਨ ਦੇ ਨਾਲੋਂ। ਭਗਤ ਕਬੀਰ ਸਾਹਿਬ ਜੀਆਂ ਨੇ ਆਪਣੇ ਗੁਰੂ ਰਾਮਾਨੰਦ ਜੀਆਂ ਨੂੰ ਸਵਾਲ ਕੀਤਾ ਸੀ। ਕਹਿਣ ਲੱਗੇ ਗੁਰੂਦੇਵ, ਮੇਰਾ ਸਵਾਲ ਇਹ ਹੈ ਕਿ ਤੀਰਥ ਸਥਾਨ ਵੱਡਾ ਹੈ ਜਾਂ ਪਰਮਾਤਮਾ ਦਾ ਭਗਤ ਵੱਡਾ ਨਾਮ ਜਪਣ ਵਾਲਾ? ਕਹੋ ਕਬੀਰ ਹਉ ਭਇਆ ਉਦਾਸ, ਤੀਰਥ ਵੱਡਾ ਕਿ ਹਰਿ ਕਾ ਦਾਸ। ਉਸ ਵੇਲੇ ਗੁਰੂ ਰਾਮਾਨੰਦ ਜੀਆਂ ਨੇ ਬਚਨ ਸੁਣ ਕੇ ਆਖਿਆ, ਕਹਿਣ ਲੱਗੇ ਨਹੀਂ ਕਬੀਰ ਸਾਹਿਬ ਜੀ, ਤੀਰਥ ਸਥਾਨ ਦੇ ਨਾਲੋਂ ਰੱਬ ਦਾ ਭਗਤ ਵੱਡਾ ਹੈ। ਪੁੱਛਿਆ ਕਿਉਂ ਵੱਡਾ ਹੈ ਨਾਮ ਜਪਣ ਵਾਲਾ? ਕਹਿਣ ਲੱਗੇ ਤੀਰਥ ਬਣਿਆ ਹੀ ਉੱਥੇ ਹੈ ਜਿੱਥੇ ਰੱਬ ਦੇ ਭਗਤ ਨੇ ਚਰਨ ਪਾਏ ਨੇ, ਇਸ ਕਰਕੇ ਜਿਹੜਾ ਚਰਨ ਪਾਉਣ ਵਾਲਾ ਹੈ ਉਹ ਵੱਡਾ ਹੈ ਧਾਰਮਿਕ ਸਥਾਨ ਦੇ ਨਾਲੋਂ। ਸੋ ਮਹਾਰਾਜ ਕਹਿਣ ਲੱਗੇ 68 ਤੀਰਥ ਨਾਮ ਪ੍ਰਭ, ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਹੈ, ਪਰਮੇਸ਼ਰ ਦਾ ਨਾਮ 68 ਤੀਰਥਾਂ ਤੋਂ ਵੀ ਬਹੁਤਾ।
ਲਾਭਦਾਇਕ ਹੈ। ਤੀਰਥਾਂ ਤੇ ਇਸ਼ਨਾਨ ਕੀਤਿਆਂ ਤੇ ਇੱਕ ਦੋ ਪਾਪ ਲੈ ਜਾਣਗੇ, ਇੱਕ ਦੋ ਚੜ੍ਹ ਵੀ ਜਾਂਦੇ। ਇੱਕ ਭੋਏ ਲੱਥੀ ਨਹਾਤਿਆਂ ਦੋਏ ਭਾ ਚੜ੍ਹੀਏ ਸਹੋਰ। ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਤੀਰਥਾਂ ਤੇ ਜਾਵਾਂਗੇ, ਕਈ ਤਰ੍ਹਾਂ ਦੀਆਂ ਬਦ ਫੈਲੀਆਂ ਹੋ ਜਾਂਦੀਆਂ, ਕੁਕਰਮ ਹੋ ਜਾਂਦੇ, ਪਾਪ ਹੋ ਜਾਂਦੇ। ਦੋ ਪਾਪ ਉਤਾਰ ਕੇ ਆਇਆ, ਦੋ ਕਰਕੇ ਵੀ ਆਇਆ ਹੈ। ਪਰ ਕਹਿਣ ਲੱਗੇ ਨਾਮ ਇੱਕ ਐਸਾ ਹੈ ਜਿਹੜਾ ਤੇਰੇ ਪਾਪਾਂ ਨੂੰ ਤੇ ਨਾਸ ਕਰ ਹੀ ਦੇਵੇਗਾ, ਬਲਕਿ ਤੈਨੂੰ ਕੇਵਲ ਮੋਕਸ਼ ਦੀ ਦਾਤ ਬਖਸ਼ਿਸ਼ ਕਰੇਗਾ। ਇਸ ਕਰਕੇ ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹ ਤੀਰਥਾਂ ਤੋਂ ਵੀ ਕਿਤੇ ਸ਼੍ਰੋਮਣੀ ਹੈ, ਕਿਤੇ ਵੱਡਾ ਹੈ। ਐਸੀ ਨਾਮ ਦੀ ਮਹਿਮਾ ਹੈ। ਨਾਨਕ ਜਿਸ ਮਸਤਕ ਭਾਗ। ਪਰ ਗੁਰਮੁਖੋ ਜਿਨ੍ਹਾਂ ਦੇ ਵੱਡੇ ਭਾਗ ਹੋਣ ਉਹਨਾਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ। ਨਾਮ ਦੀ ਦਾਤ ਐਵੇਂ ਨਹੀਂ ਮਿਲਦੀ ਹੈ। ਮੱਥੇ ਦੇ ਉੱਪਰ ਭਾਗ ਲਿਖੇ ਹੋਣ, ਕਰਮ ਲਿਖੇ ਹੋਣ ਪਰਮੇਸ਼ਰ ਦੇ ਵੱਲੋਂ ਕਿ ਇੰਨਾ ਜਾ ਕੇ ਤੂੰ ਦੁਨੀਆ ਤੇ ਨਾਮ ਜਪੇਂਗਾ, ਤੇ ਫਿਰ ਹੀ ਉਹ ਜਿਹੜਾ ਨਾਮ ਹੈ ਉਹ ਜਪਿਆ ਜਾਂਦਾ ਹੈ। ਸ਼ਬਦ ਸਖੀ ਸਹੇਲੀ ਗਰਭ ਗਹੇਲੀ। ਗੁਰਮੁਖੋ ਸ਼ਬਦ ਤੋਂ ਭਾਵ ਹੈ ਉਪਦੇਸ਼। ਜਿਸ ਉਪਦੇਸ਼ ਦੀ ਕਮਾਈ ਕਰਕੇ ਮੁਕਤੀ ਮਿਲ ਜਾਵੇ ਉਸ ਨੂੰ ਸ਼ਬਦ ਕਿਹਾ ਹੈ। ਸੋ ਸ਼ਬਦ ਨਾਮ ਉਪਦੇਸ਼ ਦਾ ਹੈ। ਇੱਕ ਮਹਾਤਮਾ ਮਹਾਂਪੁਰਖ ਜਿਨ੍ਹਾਂ ਨੂੰ ਆਪਾਂ ਬ੍ਰਹਮ ਗਿਆਨੀ ਕਹਿ ਦਿੰਦੇ ਹਾਂ। ਇੱਕ ਜਗਿਆਸੂ ਹੈ ਜਿਹੜਾ ਰੱਬ ਨੂੰ ਮਿਲਿਆ ਨਹੀਂ ਹੈ ਪਰ ਮਿਲਣ ਦੇ ਰਸਤੇ ਦੇ ਉੱਪਰ ਚੱਲਿਆ ਹੋਇਆ। ਦੋਵਾਂ ਦਾ ਆਪਸ ਵਿੱਚ ਸੰਵਾਦ ਹੋ ਰਿਹਾ, ਚਰਚਾ ਹੋ ਰਹੀ ਹੈ। ਜਿਹੜਾ ਨਹੀਂ ਰਸਤੇ ਤੇ ਪਹੁੰਚਿਆ, ਜੇ ਮੰਜ਼ਿਲ ਤੇ ਨਹੀਂ ਪਹੁੰਚਿਆ, ਉਹ ਮੰਜ਼ਿਲ ਤੇ ਪਹੁੰਚਣ ਵਾਲੇ ਨੂੰ ਸਵਾਲ ਪੁੱਛਦਾ ਹੈ ਵੀ ਮੰਜ਼ਿਲ ਤੇ ਕਿਵੇਂ ਪਹੁੰਚੀਦਾ ਹੈ। ਸੋ ਬਚਨ ਆ ਗਿਆ, ਕਹਿਣ ਲੱਗੇ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ ਸਖੀ ਸਹੇਲੀ ਗਰਭ ਗਹੇਲੀ। ਮਹਾਰਾਜ ਕਹਿਣ ਲੱਗੇ ਐ ਸਖੀ ਐ ਸਹੇਲੀ ਬਚਨ ਸੁਣ। ਬਚਨ ਕੀ ਹੈ ਉਹ ਆਪ ਜੀ ਨੂੰ ਮਹਾਰਾਜ ਇੱਥੇ ਫਰਮਾਉਂਦੇ, ਕਹਿਣ ਲੱਗੇ ਸਖੀ ਸਹੇਲੀ ਐ ਸਖੀਏ ਸਹੇਲੀਏ ਬਚਨ ਸੁਣ। ਗਰਭ ਗਹੇਲੀ ਮਹਾਤਮਾ ਇਹ ਗੱਲ ਕਹਿੰਦੇ ਪਏ, ਕਹਿੰਦੇ ਭਾਈ ਗਰਭ ਨਾਮ ਹੰਕਾਰ ਦਾ ਹੈ। ਤੂੰ ਹੰਕਾਰ ਦੇ ਵਿੱਚ ਗਰਸਿਆ ਹੋਇਆ ਹੈ ਤਾਂ ਤੇਰੀ ਐਸੀ ਹਾਲਤ ਹੈ। ਸੁਣ ਸਹਿ ਕੀ ਇੱਕ ਬਾਤ ਸੁਹੇਲੀ। ਇਸ ਕਰਕੇ ਹੇ ਸਹੇਲੀਏ ਤੈਨੂੰ ਪਰਮਾਤਮਾ ਦੀ ਇੱਕ ਬਾਤ, ਇੱਕ ਜਿਹੜੀ ਗੱਲ ਹੈ, ਜਿਹੜੀ ਸੁਖ ਦੇਣ ਵਾਲੀ ਗੱਲ ਹੈ, ਉਹ ਤੈਨੂੰ ਗੱਲ ਸੁਣਾਉਂਦੇ ਹਾਂ। ਸਖੀ ਸਹੇਲੀਏ ਸਖੀਏ ਸਹੇਲੀਏ ਪਿਆਰੀਏ ਸਖੀਏ ਬਚਨ ਸੁਣ। ਗਰਭ ਗਹੇਲੀ ਤੂੰ ਗਰਭ ਹੰਕਾਰ ਦੇ ਵਿੱਚ ਐ ਵੀ ਮੇਰੇ ਵਰਗਾ ਕੋਈ ਨਹੀਂ ਦੁਨੀਆ ਤੇ ਆਇਆ ਹੈ। ਇਸ ਹੰਕਾਰ ਨੂੰ ਪਰੇ ਕਰ ਦੇਣਾ ਕਰ। ਹੰਕਾਰ ਨੂੰ ਤਿਆਗ ਕੇ ਨਿਮਰਤਾ ਦੇ ਵਿੱਚ ਆ ਕੇ ਸੁਣ ਸਹਿ ਕੀ ਇੱਕ ਬਾਤ ਸਹੇਲੀ। ਸੁਖਦਾਇਕ ਜਿਹੜੀ ਗੱਲ ਹੈ ਪਰਮਾਤਮਾ ਦੇ ਮਿਲਾਪ ਦੀ, ਉਸ ਗੱਲ ਨੂੰ ਨਿਮਰਤਾ ਦੇ ਸਹਿਤ ਸੁਣਨਾ ਕਰ। ਜੋ ਮੈਂ ਬੇਦਨ ਸਾ ਕਿਸ ਆਖਾਂ ਮਾਈ। ਸੋ ਬਚਨ ਇਹ ਹੈ ਜੋ ਮੈਂ ਬੇਦਨ। ਬੇਦਨ ਨਾਮ ਹੈ ਗੁਰਮੁਖੋ ਪੀੜਾ ਦਾ। ਜਗਿਆਸੂ ਮਹਾਤਮਾ ਨੂੰ ਜਾ ਕੇ ਇਹ ਗੱਲ ਆਖਦਾ ਹੈ ਕਿ ਜੋ ਮੈਂ ਬੇਦਨ, ਐ ਮਹਾਂਪੁਰਖੋ ਮੈਨੂੰ ਵਿਛੋੜੇ ਦੀ ਬਹੁਤ ਭਾਰੀ ਬੇਦਨ ਕਹੀਏ ਪੀੜਾ ਹੈ। ਬੇਦਨ ਨਾਮ ਪੀੜਾ ਦਾ। ਪੀੜਾ ਕਾਹਦੀ ਹੈ? ਵਿਛੋੜੇ ਦੀ। ਪਰਮਾਤਮਾ ਦੇ ਵਿਛੋੜੇ ਦੀ ਮੈਨੂੰ ਬੜੀ ਭਾਰੀ ਪੀੜਾ ਹੈ, ਬੜਾ ਭਾਰੀ ਦੁੱਖ ਹੈ। ਸਾ ਕਿਛ ਆਖਾਂ ਮਾਈ, ਉਹ ਜਿਹੜੀ ਪੀੜਾ ਹੈ ਉਹ ਤੁਹਾਨੂੰ ਛੱਡ ਕੇ ਮੈਂ ਹੋਰ ਕਿਹਨੂੰ ਕਹਿਣਾ ਕਰਾਂ। ਸੋ ਸਤਿਗੁਰੂ ਪਾਤਸ਼ਾਹ ਜੀ ਪਰਮਾਤਮਾ ਦੇ ਵਿਛੋੜੇ ਦੀ ਜੋ ਪੀੜਾ ਹੋ ਰਹੀ ਹੈ, ਉਸ ਪੀੜਾ ਨੂੰ ਦੂਰ ਕਰਨ ਵਾਸਤੇ ਸਤਿਗੁਰੂ ਤੁਹਾਡਾ ਦਰ ਛੱਡ ਕੇ ਹੋਰ ਕਿਹਦੇ ਅੱਗੇ ਜਾ ਕੇ ਮੈਂ ਉਸ ਦੁੱਖ ਨੂੰ ਵਰਣਨ ਕਰਾਂ। ਤੁਧ ਨੂੰ ਛੋੜ ਪ੍ਰਭ ਜਾਈਐ ਕੈ ਧਾਰ, ਆਣ ਨ ਬੀਆ ਤੇਰੀ ਸਮਸਾਰ। ਤੇਰੇ ਵਰਗਾ ਕੋਈ ਦੂਜਾ ਨਹੀਂ। ਫਿਰ ਤੇਰੇ ਦਰ ਤੋਂ ਪਰੇ ਜਾ ਕੇ ਹੋਰ ਕਿਹਨੂੰ ਆਪਣੇ ਪੀੜਾ ਦੁੱਖ ਜਿਹੜੇ ਦੱਸਣਾ ਕਰੀਏ। ਹਰ ਬਿਨ ਜਿਉ ਨਾ ਰਹਿ ਕੈਸੇ ਰਾਖਾਂ ਮਾਈ। ਇਸ ਕਰਕੇ ਹੇ ਭਾਈ ਹਰੀ ਪ੍ਰਮਾਤਮਾ ਜੋ ਹੈ ਉਹਦੇ ਬਿਨਾਂ ਰਿਹਾ ਨਹੀਂ ਜਾਂਦਾ। ਮਾਈ ਤੋਂ ਭਾਵ ਹੈ ਜਿਹੜੇ ਮਾਤਾ ਪਿਤਾ ਸਰੂਪ ਨੇ ਮਹਾਤਮਾ ਗੁਰਮੁਖ ਨਾਮ ਜਪਣ ਵਾਲੇ। ਐ ਗੁਰਮੁਖੋ ਬੇਨਤੀ ਇਹ ਹੈ ਕਿ ਹਰ ਬਿਨ ਜਿਉ ਨਾ ਰਹਿ। ਮੇਰਾ ਇੰਨਾ ਪਿਆਰ ਬਣ ਗਿਆ ਪਰਮਾਤਮਾ ਦੇ ਨਾਲ ਵੀ ਉਹਦੇ ਬਿਨਾਂ ਹੁਣ ਰਿਹਾ ਨਹੀਂ ਜਾਂਦਾ ਹੈ। ਸੋ ਇਸ ਕਰਕੇ ਕਿਰਪਾ ਕਰੋ, ਉਸ ਪਰਮਾਤਮਾ ਬਿਨਾਂ ਜੀ ਰਹਿੰਦਾ ਨਹੀਂ।
ਕੈਸੇ ਰਾਖਾਂ ਮਾਈ, ਕਿਸ ਤਰ੍ਹਾਂ ਮੈਂ ਆਪਣੇ ਆਪ ਨੂੰ ਰੱਖਣਾ ਕਰਾਂ, ਰਿਹਾ ਨਹੀਂ ਜਾਂਦਾ ਹੈ। ਕੋਈ ਜਨ ਹਰਿ ਸਿਉ ਦੇਵੈ ਜੋਰ, ਚਰਨ ਗਹੋਂ ਬਕੋ ਸੁਭ ਰਸਨਾ ਦੀਜੈ। ਪ੍ਰਾਨ ਅਕੋਰ ਐਸੀ ਦਾਤ ਮੈਂ ਦੇ ਦੇਵਾਂ, ਕਿਉਂਕਿ ਮੇਰਾ ਪਰਮਾਤਮਾ ਬਿਨਾਂ ਰਹਿਣਾ ਨਹੀਂ ਹੁੰਦਾ ਹੈ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਐ ਪ੍ਰੇ ਤੁਧ ਭਗਵੰਤਾ। ਮੋਹਿ ਰਹਿਣ ਨਾ ਵਿਹਾਵੈ, ਨੀਂਦ ਨ ਆਵੈ, ਬਿਨ ਦੇਖੈ ਗੁਰ ਦਰਬਾਰੇ ਜੀਓ। ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਲਾਹੌਰ ਗਏ ਸਨ ਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ ਸਨ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ, ਜਿੰਨਾ ਚਿਰ ਬੁਲਾਈਏ ਨਾ ਉਹਨਾਂ ਚਿਰ ਆਉਣਾ ਨਹੀਂ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਉਸ ਵੇਲੇ 1 ਸਾਲ ਦਾ ਲਗਭਗ ਸਮਾਂ ਲਾਹੌਰ ਦੇ ਅੰਦਰ ਮਹਾਰਾਜ ਰਹਿ। ਵਿਦਵਾਨ ਜਨ ਕਹਿੰਦੇ ਨੇ ਐਸੀ ਪ੍ਰੇਮ ਦੀ ਖੇਚਿਆ, ਰੋਜ਼ ਚੁਬਾਰੇ ਤੇ ਚੜ੍ਹ ਕੇ ਲਾਹੌਰ ਤੋਂ ਅੰਮ੍ਰਿਤਸਰ ਦਾ ਰਾਹ ਵੇਖਦੇ ਰਹਿੰਦੇ। ਕੋਈ ਸਿੱਖ ਆਵੇਗਾ ਜਿਹੜਾ ਸੱਦਾ ਲੈ ਕੇ ਸਾਨੂੰ ਲਿਜਾਣ ਵਾਸਤੇ, ਪਿਤਾ ਦੇ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਜਾਂਦਾ। ਇੱਕ ਘੜੀ ਨਾ ਮਿਲਤੇ, ਇੱਕ ਘੜੀ ਦਾ ਸਮਾਂ ਰਹਿਣਾ ਔਖਾ ਹੈ, ਪਰ ਇੰਨਾ ਸਮਾਂ 1 ਸਾਲ ਦਾ ਲੰਘ ਜਾਵੇ ਤੇ ਫਿਰ ਤੇ ਹੋਰ ਬਹੁਤੀ ਔਖੀ ਬਾਤ ਹੋ ਜਾਂਦੀ ਹੈ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਐ ਪ੍ਰੇ ਤੁਧ ਭਗਵੰਤਾ। ਮੋਹਿ ਰਹਿਣ ਨਾ ਵਿਹਾਵੈ, ਨੀਂਦ ਨ ਆਵੈ। ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ, ਅੱਖਾਂ ਜਾਗਦਿਆਂ ਹੀ ਲੰਘ ਜਾਂਦੀ ਹੈ। ਮੋਹਿ ਰਹਿਣ ਨਾ ਵਿਹਾਵੈ, ਨੀਂਦ ਨ ਆਵੈ, ਬਿਨ ਦੇਖੈ ਗੁਰ ਦਰਬਾਰੇ ਜੀਓ। ਸਤਿਗੁਰੂ ਤੁਹਾਡਾ ਸਰੂਪ ਦੇਖੇ ਬਿਨਾ ਸਮਾਂ ਹੀ ਨਹੀਂ ਬਤੀਤ ਹੁੰਦਾ ਹੈ। ਹਉ ਘੋਲੀ ਜੀਓ ਘੋਲ ਘੁਮਾਈ, ਤੇ ਸੱਚੇ ਗੁਰ ਦਰਬਾਰੇ ਜੀਓ। ਮੈਂ ਆਪ ਜੀ ਤੋਂ ਕੁਰਬਾਨ ਬਲਿਹਾਰ ਸਦਕੇ ਜਾਵਾਂ, ਕਿਰਪਾ ਕਰੋ ਆਪ ਦਰਸ਼ਨਾਂ ਦੀ ਦਾਤ ਬਖਸ਼ਿਸ਼ ਕਰੋ। ਇੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ, ਹਰ ਬਿਨ ਜੀਓ ਨਾ ਰਹੈ। ਜਗਿਆਸੂ ਦੀ ਅਵਸਥਾ ਐਸੀ ਬਣ ਗਈ ਹੈ, ਐ ਪਰਮਾਤਮਾ ਤੁਹਾਡੇ ਦਰ ਦੇ ਦਰਸ਼ਨਾਂ ਤੋਂ ਬਿਨਾਂ ਰਿਹਾ ਨਹੀਂ ਜਾਂਦਾ ਹੈ। ਕੈਸੇ ਰਾਖੋ ਮਾਈ, ਇਹ ਭਾਈ ਕਿਸ ਤਰ੍ਹਾਂ ਮੈਂ ਆਪਣੇ ਮਨ ਨੂੰ ਰੱਖਣਾ ਕਰਾਂ, ਨਹੀਂ ਰਹਿ ਹੁੰਦਾ ਹੈ। ਰਹਾਉ ਹਉ ਦੁਹਾਗਣ ਖਰੀ ਰੰਜਾਣੀ। ਮਹਾਰਾਜ ਸਾਹਿਬ ਜੀ, ਹਉ ਦੁਹਾਗਣ ਮੈਂ ਛੁੱਟੜ ਹੋ ਰਹੀ ਹਾਂ। ਖਰੀ ਤੋਂ ਭਾਵ ਹੈ ਹੱਛੀ ਬਹੁਤੀ ਚੰਗੀ, ਰਜਾਣੀ ਤੋਂ ਭਾਵ ਹੈ ਦੁਖਦਾਇਕ। ਮਹਾਰਾਜ ਮੈਂ ਪਰਮਾਤਮਾ ਦੇ ਵੱਲੋਂ ਛੁੱਟੜ ਹੋ ਕੇ ਬਹੁਤ ਭਾਰੀ ਦੁਖਦਾਇਕ ਹੋ ਰਹੀ ਹਾਂ। ਬਹੁਤਾ ਦੁੱਖ ਜਿਹੜਾ ਵਰਣਨ ਨਹੀਂ ਕੀਤਾ ਜਾ ਸਕਦਾ ਹੈ। ਵਿਦਵਾਨਾਂ ਨੇ ਲਿਖਿਆ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਾਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਇਹ ਦੁਨੀਆ ਦੇ ਦੁੱਖ ਵਰਣਨ ਕੀਤੇ ਜਾ ਸਕਦੇ। ਭੁੱਖ ਦਾ ਦੁੱਖ ਵੀ ਦੱਸਿਆ ਜਾ ਸਕਦਾ ਹੈ, ਵਿਛੜਨ ਦਾ ਦੁੱਖ ਵੀ ਦੱਸਿਆ ਜਾਂਦਾ। ਦੁੱਖ ਵਿਛੋੜਾ, ਵਿਛੋੜੇ ਦਾ ਕੀ ਦੁੱਖ ਹੈ ਉਹ ਵੀ ਸ਼ਬਦਾਂ ਵਿੱਚ ਬਿਆਨ ਹੋ ਸਕਦਾ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਭੁੱਖ ਦਾ ਦੁੱਖ ਵੀ ਦੱਸਿਆ ਜਾ ਸਕਦਾ ਹੈ। ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਾਨ ਧਾਏ। ਸਰੀਰ ਨੂੰ ਰੋਗ ਲੱਗ ਜਾਵੇ ਤਾਂ ਵੀ ਬੰਦਾ ਦੁਖੀ ਹੋ ਕੇ ਆਪਣਾ ਦੁੱਖ ਦੱਸਦਾ ਹੈ। ਪਰ ਇੱਥੇ ਬਚਨ ਆ ਗਿਆ ਮਹਾਰਾਜ ਸਾਹਿਬ ਜੀ, ਵਿਛੋੜੇ ਦਾ ਐਸਾ ਦੁੱਖ ਹੈ ਜਿਹੜਾ ਦੱਸਿਆ ਹੀ ਨਹੀਂ ਜਾ ਸਕਦਾ ਹੈ। ਇੰਨਾ ਭਾਰੀ ਦੁੱਖ ਹੈ ਜਿਸ ਦੇ ਵਿੱਚ ਮੈਂ ਦੁਖਦਾਇਕ ਹੋ ਰਹੀ ਹਾਂ। ਗਿਆ ਸੋ ਜੋਬਨ ਧਨ ਪਛਤਾਣੀ। ਮਹਾਰਾਜ ਸਾਹਿਬ ਜੀ, ਜੋਬਨ ਤੋਂ ਭਾਵ ਹੈ ਗੁਰਮੁਖੋ ਪ੍ਰੇਮ। ਇਹ ਜਿਹੜਾ ਪ੍ਰੇਮ ਹੈ ਇਹ ਤੁਰਿਆ ਜਾ ਰਿਹਾ ਹੈ, ਤੇ ਧਨ ਕਹੀਏ ਜੀਵ ਰੂਪੀ ਇਸਤਰੀ ਪਛਤਾਉਂਦੀ ਪਈ ਹੈ। ਫਿਰ ਬਖਸ਼ਿਸ਼ ਕਰਦੇ ਹਨ। ਗਿਆ ਸੋ ਜੋਬਨ ਧਨ ਪਛਤਾਣੀ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ, ਪ੍ਰਤੱਖ ਵੀ ਜਵਾਨੀ ਤੁਰੀ ਜਾ ਰਹੀ ਹੈ। ਬਚਪਨ ਦੇ ਵਿੱਚ ਤੇ ਖੇਡ ਮੱਲ ਕੇ ਉਮਰਾਂ ਨਿਕਲ ਗਈ। 12 ਬਰਸ ਬਾਲਪਨ ਬੀਤੇ, 20 ਬਰਸ ਕਾ ਸਤਾਪਨਾ ਕੀਓ, ਬਾਣੀ ਦਾ ਬਚਨ ਹੈ। 12 ਸਾਲ ਜ਼ਿੰਦਗੀ ਦੇ ਪਹਿਲੇ ਜਿਹੜੇ ਨੇ ਬਚਪਨ ਵਿੱਚ ਨਿਕਲ ਗਿਆ। 20 ਸਾਲ ਤੱਕ ਇੱਧਰ ਉੱਧਰ ਤੁਰਿਆ ਫਿਰਿਆ। ਪਾਤਸ਼ਾਹ ਕਹਿਣ ਲੱਗੇ, ਜਦੋਂ ਜਵਾਨੀ ਨਿਕਲ ਗਈ ਬਾਅਦ ਵਿੱਚ ਪਛਚਾਤਾਪ ਹੀ ਰਹਿ ਜਾਣਾ। 30 ਬਰਸ ਕਾ ਸਦੇਵ ਨ ਪੂਜਾ, ਫਿਰ ਪਛਤਾਨਾ ਬਿਰਧ ਭਇਓ। ਜਵਾਨ ਨੂੰ ਲੱਗਦਾ ਬੁੱਢੇ ਹੋ ਕੇ ਬੰਦਗੀ ਕਰ ਲਵਾਂਗੇ, ਪਰ ਜਦੋਂ ਬੁੱਢਾ ਕੋਈ ਹੋ ਜਾਂਦਾ ਫਿਰ ਉਹ ਸੋਚਦਾ ਬੰਦਗੀ ਤੇ ਜਵਾਨੀ ਵਿੱਚ ਕਰਨੀ ਸੀ। ਹੁਣ ਪਛਚਾਤਾਪ ਹੀ ਹੈ, ਹੁਣ ਤੇ ਹੋ ਨਹੀਂ ਰਹੀ ਹੈ। ਸੋ ਕਹਿਣ ਲੱਗੇ, ਗਿਆ ਸੋ ਜੋਬਨ, ਜਦੋਂ ਜਵਾਨੀ ਚਲੇ ਗਈ ਨਾ ਤੇਰੇ ਤੋਂ, ਬੁਢੇਪਾ ਆ ਜਾਵੇਗਾ, ਸਰੀਰ ਦੁਖਣ ਲੱਗ ਪੈਣਾ, ਬਿਮਾਰੀਆਂ ਨੇ ਗ੍ਰਸ ਲੈਣਾ ਹੈ, ਫਿਰ ਪਛਚਾਤਾਪ ਕੋਲ ਰਹਿ ਜਾਂਦਾ ਹੈ। ਤੂੰ ਦਾਨਾ ਸਾਹਿਬ ਸਿਰ ਮੇਰਾ। ਮਹਾਰਾਜ ਆਪ ਦਾਨਾ ਕਹੀਏ, ਦਨਾਈ ਵਾਲੇ, ਦਨਾ ਸੁਭਾਅ ਤੁਹਾਡਾ। ਜਿਹੜਾ ਸ਼ਰਨ ਵਿੱਚ ਆ ਜਾਂਦਾ ਦੇ ਹੀ ਦਿੰਦੇ ਹੋ, ਕਦੇ ਕਿਸੇ ਦੇ ਔਗੁਣਾਂ ਨੂੰ ਚਿਤਾਰਦੇ ਹੀ ਨਹੀਂ।
ਸਾਡੇ ਨਾਲ ਕੋਈ ਜ਼ਿੰਦਗੀ ਵਿੱਚ ਨਿੱਕਾ ਮੋਟਾ ਵਾਧਾ ਘਾਟਾ ਕਰੇ, ਅਸੀਂ ਸਾਰੀ ਉਮਰ ਨਹੀਂ ਭੁਲਾਉਂਦੇ ਫਲਾਣੇ ਨੇ ਮੇਰੇ ਨਾਲ ਇਹ ਕੀਤਾ ਸੀ। ਪਰਮਾਤਮਾ ਬੜੇ ਦਿਨਾ ਸੁਭਾਅ ਵਾਲਾ ਹੈ। ਅਸੀਂ ਦੁਨੀਆ ਦੇ ਲੋਕ ਕੁਕਰਮ ਬੜੇ ਕਰਦੇ, ਪਾਪ ਬੜੇ ਕਰਦੇ, ਮਾੜਾ ਕਰਮ ਬੜਾ ਕਰਦੇ, ਪਰ ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਬਹੁ ਭਾਂ ਚਲਾਵੈ, ਛਤਰਾ ਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਤ ਪਾਵੈ। ਐਸੀ ਦਾਤ ਉਹ ਦਿੰਦਾ। ਮਹਾਰਾਜ ਤੁਸੀਂ ਦਾਨਾ ਕਹੀਏ ਦਿਨਾ ਸੁਭਾਅ ਵਾਲੇ ਹੋ, ਦੇਣ ਲੱਗਿਆਂ ਕਦੇ ਚਤਾਰਦੇ ਨਹੀਂ। ਸਾਹਿਬ ਸਿਰ ਮੇਰਾ, ਤੁਸੀਂ ਸਿਰ ਕਹੀਏ ਸ਼੍ਰੋਮਣੀ ਮਾਲਕ ਹੋ ਮੇਰੇ ਸਿਰ ਦੇ ਮਹਾਰਾਜ, ਤੁਹਾਡੇ ਹੱਥ ਵਿੱਚ ਹੀ ਸਭ ਕੁਝ ਹੈ। ਖਿਜਮਤ ਕਰੀ ਜਨ ਬੰਦਾ ਤੇਰਾ। ਮਹਾਰਾਜ ਸਾਹਿਬ ਜੀ ਮੈਂ ਆਪ ਜੀ ਦਾ ਬੰਦਾ ਹਾਂ, ਆਪ ਜੀ ਦਾ ਬੰਦਾ ਕਹੀਏ ਦਾਸ ਹਾਂ। ਮੈਂ ਤੇ ਦਾਸ ਹਾਂ, ਗੋਲਾ ਮਹਾਰਾਜ ਤੁਹਾਡੇ ਕਰਦਾ। ਮੈਂ ਤੁਹਾਡੀ ਖਿਜਮਤ ਕਰਨੀ ਚਾਹੁੰਦਾ। ਖਿਜਮਤ ਨਾਮ ਹੈ ਗੁਰਮੁਖੋ ਸੇਵਾ ਦਾ। ਮਹਾਰਾਜ ਮੈਨੂੰ ਮੌਕਾ ਦਿਓ, ਮੈਨੂੰ ਐਸੀ ਮਤ ਸਮਤ ਬਖਸ਼ਿਸ਼ ਕਰੋ, ਮੈਂ ਗੋਲਾ ਬਣ ਕੇ, ਦਾਸ ਬਣ ਕੇ, ਸੇਵਾਦਾਰ ਬਣ ਕੇ ਤੁਹਾਡੇ ਘਰ ਦੀ ਸੇਵਾ ਕਰਨੀ ਕਰਾਂ। ਪੰਤ ਨਾਨਕ ਅੰਦੇਸਾ ਇਹੀ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਬਚਨ ਕਰਦੇ ਕਹਿਣ ਲੱਗੇ, ਜਿਗਿਆਸੂ ਇਹ ਗੱਲ ਕਹਿੰਦਾ ਹੈ, ਅੰਦੇਸਾ ਇਹੀ, ਮੇਰੇ ਮਨ ਦਾ ਸੰਸਾ ਹੀ ਇਹ ਹੈ ਮਹਾਰਾਜ, ਮਨ ਵਿੱਚ ਸੰਸਾ ਪੈ ਜਾਵੇ। ਵਿਦਵਾਨਾਂ ਨੇ ਲਿਖਿਆ ਸੰਸਾ ਇੱਕ ਗੁਰਮੁਖੋ ਇਹੋ ਜਿਹੀ ਚੀਜ਼ ਹੈ, ਤੁਹਾਡੀ ਅੱਖ ਦੇ ਵਿੱਚ ਕੋਈ ਨਿੱਕਾ ਜਿਹਾ ਕਣ ਪੈ ਜਾਵੇ ਨਾ ਤੇ ਫਿਰ ਨੀਂਦ ਨਹੀਂ ਆਉਂਦੀ ਹੈ। ਉਹ ਕਣ ਜਿਹੜਾ ਅੱਖ ਦੇ ਵਿੱਚ ਰੜਕਦਾ ਰਹਿੰਦਾ, ਹਰ ਵੇਲੇ ਅੱਖ ਵਿੱਚੋਂ ਪਾਣੀ ਵਗਦਾ ਰਹਿੰਦਾ ਹੈ। ਕਣ ਹੈ ਨਿੱਕਾ ਜਿਹਾ ਹੀ ਹੈ, ਪਰ ਨਿੱਕਾ ਜਿਹਾ ਕਣ ਵੀ ਜਿਹੜਾ ਹੈ ਉਹ ਟਿਕਾ ਨਹੀਂ ਰਹਿਣ ਦਿੰਦਾ ਹੈ। ਐਸੇ ਤਰ੍ਹਾਂ ਗੁਰਮੁਖੋ ਸੰਸਾ ਭਾਵੇਂ ਨਿੱਕਾ ਜਿਹਾ ਵੀ ਮਨ ਵਿੱਚ ਆ ਗਿਆ, ਨਿੱਕਾ ਜਿਹਾ ਹੀ ਸੰਸਾ ਆ ਗਿਆ, ਭਰਮ ਆ ਗਿਆ, ਉਹ ਨਿੱਕਾ ਜਿਹਾ ਸੰਸਾ ਵੀ ਉਹ ਅੱਖ ਦੇ ਕਣ ਵਰਗਾ ਹੀ ਹੈ, ਕਦੇ ਟਿਕਾ ਰਹਿਣ ਹੀ ਨਹੀਂ ਦੇਵੇਗਾ, ਹਰ ਵੇਲੇ ਮਨ ਦੌੜਿਆ ਫਿਰੇਗਾ। ਮਹਾਰਾਜ ਕਹਿਣ ਲੱਗੇ ਭਣਤ ਨਾਨਕ ਅੰਦੇਸਾ ਇਹੀ। ਅੰਦੇਸਾ ਭਾਵ ਸੰਸਾ। ਮਹਾਰਾਜ ਇਹ ਸੰਸਾ ਬਹੁਤ ਵੱਡਾ ਹੈ। ਬਿਨ ਦਰਸ਼ਨ ਕੈਸੇ ਰਵੋ ਸਨੇਹੀ। ਮਹਾਰਾਜ ਸਾਹਿਬ ਜੀ ਜਿਹੜਾ ਸਨੇਹੀ ਪਿਆਰਾ ਹੈ, ਉਹਦੇ ਦਰਸ਼ਨਾਂ ਤੋਂ ਬਿਨਾਂ ਉਹਦੇ ਆਨੰਦ ਨੂੰ ਕਿਵੇਂ ਮਾਣਿਆ ਜਾ ਸਕਦਾ ਹੈ। ਜਿੰਨਾ ਚਿਰ ਉਹਦਾ ਦਰਸ਼ਨ ਪ੍ਰਾਪਤ ਨਹੀਂ ਹੁੰਦਾ, ਉਹਦੇ ਦਰਸ਼ਨਾਂ ਤੋਂ ਬਿਨਾਂ ਉਹਦੇ ਆਨੰਦ ਨੂੰ ਮਹਾਰਾਜ ਕਿਵੇਂ ਪ੍ਰਾਪਤ ਕਰ ਸਕਦੇ, ਕਿਵੇਂ ਲੈ ਸਕਦੇ ਹਾਂ। ਮਾਰੂ ਮਹੱਲਾ ਪਹਿਲਾ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਸਾਲਸਰਾਏ ਜੋਹਰੀ ਨੂੰ ਉਪਦੇਸ਼। ਕੱਲ੍ਹ ਆਪਾਂ ਇਹ ਬਚਨ ਸਰਵਣ ਕੀਤੇ ਕਿ ਪਟਨਾ ਸਾਹਿਬ ਦੀ ਧਰਤੀ ਤੇ ਜਦੋਂ ਮਹਾਰਾਜ ਗਏ, ਮਹਾਰਾਜ ਨੂੰ ਭਾਈ ਮਰਦਾਨਾ ਜੀ ਆਖਦੇ ਭੁੱਖ ਲੱਗੀ, ਮਹਾਰਾਜ ਨੇ ਲਾਲ ਦਿੱਤਾ ਸੀਗਾ, ਆਖਿਆ ਜਾਓ ਜਾ ਕੇ ਸਾਲਸਰਾਏ ਦੇ ਕੋਲ ਇਹ ਲਾਲ ਵੇਚ ਕੇ ਤੇ ਆਪਣੀ ਭੁੱਖ ਨੂੰ ਦੂਰ ਕਰ ਲਵੋ। ਇੱਥੇ ਮਹਾਰਾਜ ਸਾਹਿਬ ਜੀਆਂ ਨੇ ਸਾਲਸਰਾਏ ਤੇ ਉਹਦਾ ਜਿਹੜਾ ਚੇਲਾ ਹੈ ਅਦਰਕੇ, ਦੋਨਾਂ ਨੂੰ ਉਪਦੇਸ਼ ਦੇ ਕੇ ਮਹਾਰਾਜ ਨੇ ਨਿਹਾਲ ਕੀਤਾ। ਇੱਥੋਂ ਮਹਾਰਾਜ ਥੋੜ੍ਹਾ ਜਿਹਾ ਅੱਗੇ ਗਏ ਜਗਤ ਜਲੰਧਰ ਨੂੰ ਤਾਰਨ ਵਾਸਤੇ, ਤੇ ਉਸ ਵੇਲੇ ਮਹਾਰਾਜ ਜਦੋਂ ਜਾ ਕੇ ਬੈਠੇ ਨਾ, ਇੱਥੇ ਇੱਕ ਮਹਾਰਾਜ ਜੀ ਦਾ ਬੜਾ ਭਾਰੀ ਪ੍ਰੇਮੀ ਸੇਵਕ ਰਹਿੰਦਾ ਹੈ, ਜਿਹੜਾ ਅਰਾਧਾ ਪਿਆ ਸੀ ਵੀ ਸਤਿਗੁਰੂ ਮੈਨੂੰ ਆ ਕੇ ਦਰਸ਼ਨਾਂ ਦੀ ਦਾਤ ਬਖਸ਼ਿਸ਼ ਕਰਨਾ। ਇਹਦੀ ਅਰਾਧਨਾ ਨੂੰ ਮਹਾਰਾਜ ਨੇ ਜਦੋਂ ਸਵੀਕਾਰ ਕੀਤਾ ਨਾ, ਕਿਰਪਾ ਕੀਤੀ ਪਾਤਸ਼ਾਹ ਨੇ, ਇਹਦੇ ਘਰ ਵਿੱਚ ਜਾ ਕੇ ਦਰਸ਼ਨਾਂ ਦੀ ਦਾਤ ਦਿੱਤੀ ਹੈ। ਘਰ ਵਿੱਚ ਬਿਠਾ ਕੇ ਮਹਾਰਾਜ ਸਾਹਿਬ ਜੀਆਂ ਨੂੰ ਇਹਨਾਂ ਨੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ, ਤੇ ਜਿਹੜੀ ਘਰ ਵਾਲੀ ਇਸਤਰੀ ਹੈ ਨਾ, ਉਹ ਪ੍ਰਸ਼ਾਦਾ ਤਿਆਰ ਕਰਕੇ ਜਦੋਂ ਮਹਾਰਾਜ ਨੂੰ ਛਕਾਉਣ ਲੱਗ ਪਈ, ਤੇ ਉਸ ਦਾ ਧਿਆਨ ਭੁੱਲ ਗਿਆ ਕਿ ਛੋਟਾ ਜਿਹਾ ਬੱਚਾ ਘਰ ਦੇ ਵਿੱਚ, ਤੇ ਕਹਿਣ ਲੱਗੇ ਬੱਚੇ ਵੱਲ ਧਿਆਨ ਨਹੀਂ ਰਿਹਾ, ਤੇ ਉਹ ਬੱਚਾ ਭੱਜ ਕੇ ਜਾ ਕੇ ਖੇਡਦਾ ਖੇਡਦਾ ਅੱਗ ਦੇ ਵਿੱਚ ਵੜ ਗਿਆ। ਅੱਗ ਦੇ ਵਿੱਚ ਵੜਨ ਕਰਕੇ ਉਹ ਬੱਚੇ ਦਾ ਸਰੀਰ ਜਲ ਗਿਆ। ਉਸ ਵੇਲੇ ਜਦੋਂ ਇਸ ਮਾਂ ਨੂੰ ਪਤਾ ਲੱਗਾ ਕਿ ਮੇਰਾ ਪੁੱਤਰ ਤੇ ਸੜ ਗਿਆ ਹੈ, ਔਰ ਅੱਗ ਦੇ ਸੇਕ ਦੇ ਨਾਲ, ਸੜਨ ਦੇ ਨਾਲ ਇਹ ਤੇ ਪੂਰਾ ਹੋ ਗਿਆ ਹੈ, ਮਨ ਵਿੱਚ ਸੋਚਦੀ ਹੈ ਜੇ ਮੈਂ ਹੁਣ ਰੋਵਾਂਗੀ ਜਾਂ ਰੌਲਾ ਪਾਵਾਂਗੀ ਮੇਰਾ ਪੁੱਤਰ ਮਰ ਗਿਆ ਹੈ, ਸਤਿਗੁਰਾਂ ਦੀ ਸੇਵਾ ਮੇਰੇ ਕੋਲੋਂ ਚਲੇ ਜਾਣੀ, ਮਹਾਰਾਜ ਨੇ ਉੱਠ ਕੇ ਚਲੇ ਜਾਣਾ ਹੈ, ਇਹ ਸੇਵਾ ਦੁਬਾਰਾ ਨਹੀਂ ਮਿਲਣੀ, ਦੁਬਾਰਾ ਇਹਨਾਂ ਦੇ ਮੁਬਾਰਕ ਚਰਨ ਕਿਵੇਂ ਘਰ ਵਿੱਚ ਪੈਣਗੇ, ਮੌਕਾ ਨਹੀਂ ਮਿਲਣਾ ਹੈ। ਪਰ ਜੇ ਹੁਣ ਪੁੱਤਰ ਸੜ ਹੀ ਗਿਆ, ਪੂਰਾ ਹੋ ਗਿਆ, ਤੇ ਇਹ ਵੀ ਤੇ ਪ੍ਰਮਾਤਮਾ ਦਾ ਭਾਣਾ ਹੀ ਹੈ ਨਾ, ਨਾਮ ਜਪਣ ਵਾਲੀ ਰੂਹ ਹੈ ਨਾ, ਬੰਦਗੀ ਕਰਨ ਵਾਲੀ ਇਹ ਬੀਬੀ ਹੈ, ਸੋਚਦੀ ਹੈ ਜੇ ਪੂਰਾ ਹੋ ਗਿਆ ਤੇ ਰੱਬ ਦੀ ਦਾਤ ਹੈ, ਜਿਵੇਂ ਚੰਗਾ ਲੱਗਾ ਉਵੇਂ ਹੋ ਗਿਆ। ਕੱਪੜੇ ਦੇ ਵਿੱਚ ਲਪੇਟ ਕੇ ਉਸ ਨੂੰ ਘਰ ਦੇ ਵਿੱਚ ਹੀ ਮੰਜੇ ਦੇ ਉੱਪਰ ਲੰਮੇ ਪਾ ਦਿੱਤਾ। ਆਪ ਉਸੇ ਤਰ੍ਹਾਂ ਹੀ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਮਹਾਰਾਜ ਦੇ ਕੋਲ ਲੈ ਆਂਦਾ। ਸਤਿਗੁਰੂ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਮਹਾਰਾਜ ਕਹਿਣ ਲੱਗੇ ਸਿੱਖ ਨੂੰ, ਕਹਿੰਦੇ ਭਾਈ ਜਦੋਂ ਅਸੀਂ ਆਏ ਸੀ ਉਦੋਂ ਇੱਕ ਇੱਥੇ ਬਾਲਕ ਖੇਡਦਾ ਸੀ, ਤੇ ਉਹ ਬਾਲਕ ਦਿਖਾਈ ਨਹੀਂ ਦਿੰਦਾ ਹੈ। ਉਸ ਵੇਲੇ ਸਿੱਖ ਨੇ ਪੁੱਛਿਆ
ਆਪਣੀ ਘਰਵਾਲੀ ਨੂੰ ਵੀ ਆਪਣਾ ਬੱਚਾ ਕਿੱਥੇ ਹੈ, ਤੇ ਉਸਨੇ ਬਚਨ ਪਰਦਾ ਰੱਖ ਲਿਆ। ਕਹਿਣ ਲੱਗੀ ਮਹਾਰਾਜ ਸਾਹਿਬ ਜੀ ਉਹ ਖੇਡਦਾ ਖੇਡਦਾ ਥੱਕ ਗਿਆ ਹੈ ਤੇ ਇਸ ਵੇਲੇ ਸੌਂ ਗਿਆ ਹੈ, ਸੁੱਤਾ ਹੋਇਆ ਹੈ। ਤੇ ਮੈਂ ਵੀ ਉਠਾਇਆ ਨਹੀਂ ਵੀ ਚਲੋ ਜਵਾਕ ਨੇ ਉੱਠ ਕੇ ਵੀ ਤੰਗ ਹੀ ਕਰਨਾ, ਚਲੋ ਸੁੱਤਾ ਹੀ ਰਵੇ ਤੇ ਆਪ ਪ੍ਰਸ਼ਾਦਾ ਪਾਣੀ ਛਕ ਲਓ। ਜਾਣੀ ਜਾਨ ਮਹਾਰਾਜ ਕਹਿਣ ਲੱਗੇ ਨਹੀਂ ਭਾਈ ਉਸ ਨੂੰ ਬੁਲਾ ਕੇ ਲਿਆਓ, ਅਸੀਂ ਉਹਦੇ ਨਾਲ ਹੀ ਪ੍ਰਸ਼ਾਦਾ ਛਕਾਂਗੇ। ਜਦੋਂ ਇਹ ਬਚਨ ਆਖਿਆ ਤੇ ਉਸ ਵੇਲੇ ਬੀਬੀ ਨੇ ਹੱਥ ਜੋੜ ਕੇ ਫਿਰ ਉਹ ਸਿੱਖ ਦੀ ਘਰਵਾਲੀ ਨੇ ਆਖਿਆ, ਕਹਿਣ ਲੱਗੀ ਮਹਾਰਾਜ ਉਹ ਤੇ ਫਿਰ ਬੜੀ ਗੂੜੀ ਨੀਂਦ ਸੁੱਤਾ, ਤੁਹਾਡੇ ਆਵਾਜ਼ੇ ਨਾਲ ਹੀ ਉੱਠ ਸਕਦਾ ਹੈ, ਤੁਸੀਂ ਕਿਰਪਾ ਕਰੋਗੇ ਆਵਾਜ਼ ਮਾਰੋਗੇ ਫਿਰ ਉੱਠੇਗਾ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਬਚਨ ਸੁਣ ਕੇ ਜਦੋਂ ਆਵਾਜ਼ ਦਿੱਤੀ, ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਰਸਨਾ ਦੇ ਉੱਪਰ ਅੰਮ੍ਰਿਤ ਹੈ, ਅੰਮ੍ਰਿਤ ਆਵਾਜ਼ਾ ਹੈ ਮਹਾਰਾਜ ਸਾਹਿਬ ਜੀ ਦਾ। ਜਦੋਂ ਮਹਾਰਾਜ ਨੇ ਉਸ ਲੜਕੇ ਨੂੰ ਆਵਾਜ਼ ਮਾਰੀ ਨਾ ਆਪਣੀ ਰਸਨਾ ਤੋਂ ਬੋਲ ਕੇ, ਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜਿਹਨੂੰ ਸੱਦਣ ਜਿਹਨੂੰ ਬੁਲਾਉਣ ਉਹ ਭਾਵੇਂ ਕਿਤੇ ਵੀ ਪਹੁੰਚਿਆ ਹੋਵੇ ਉਹ ਝਟ ਹਾਜ਼ਰ ਹੋ ਜਾਂਦਾ। ਐਸੀ ਬਖਸ਼ਿਸ਼ ਮਹਾਰਾਜ ਕਰ ਦਿੰਦੇ। ਬੋਲੇ ਸੋ ਨਿਹਾਲ। ਸਤਿਗੁਰਾਂ ਦਾ ਆਵਾਜ਼ਾ ਸੁਣ ਕੇ ਉਹ ਜਿਹੜਾ ਬਾਲਕ ਕੰਬਲ ਦੇ ਵਿੱਚ ਪੂਰਾ ਹੋ ਚੁੱਕਿਆ ਸੀ, ਸਰ ਚੁੱਕਿਆ, ਲੰਮੇ ਪਾਇਆ ਹੋਇਆ, ਕੰਬਲ ਨੂੰ ਉਤਾਰ ਕੇ ਨਵਾਂ ਨਰੋਇਆ ਸਰੀਰ ਪਹਿਲਾਂ ਦੇ ਵਾਂਗ ਹੀ ਲੈ ਕੇ ਮਹਾਰਾਜ ਦੇ ਕੋਲ ਆ ਗਿਆ। ਸਤਿਗੁਰਾਂ ਨੇ ਕੋਲ ਆਪਣੇ ਬਿਠਾ ਕੇ ਇਸ ਨੂੰ ਪ੍ਰਸ਼ਾਦਾ ਆਪ ਵੀ ਛਕਿਆ ਤੇ ਇਸੇ ਨੂੰ ਵੀ ਛਕਾਇਆ। ਮਹਾਰਾਜ ਕਹਿਣ ਲੱਗੇ ਭਾਈ ਸਿੱਖਾ ਸਾਡਾ ਮਨ ਕਰਦਾ ਹੈ ਕਿ ਅਸੀਂ ਇੱਕ ਰਾਤ ਤੇਰੇ ਕੋਲ ਹੋਰ ਰਹਿ ਪਈਏ, ਕੱਲ੍ਹ ਨੂੰ ਚਲੇ ਜਾਵਾਂਗੇ। ਕਹਿਣ ਲੱਗਾ ਮਹਾਰਾਜ ਬੜੇ ਵੱਡੇ ਭਾਗ ਹੋਣਗੇ ਜੇ ਆਪ ਇੰਨੀ ਵੱਡੀ ਸੇਵਾ ਮੈਨੂੰ ਹੋਰ ਬਖਸ਼ਿਸ਼ ਕਰ ਦੇਵੋ, ਪਰ ਸਿੱਖ ਹੈ ਬੜਾ ਗਰੀਬ, ਜਿੰਨਾ ਕੁ ਘਰ ਵਿੱਚ ਆਟਾ ਦਾਣਾ ਸੀ ਨਾ ਇਕੱਠਾ ਕਰਕੇ ਪ੍ਰਸ਼ਾਦ ਮਹਾਰਾਜ ਨੂੰ ਛਕਾ ਦਿੱਤਾ। ਹੁਣ ਅਗਲਾ ਦਿਨ ਹੋਇਆ, ਫਿਰ ਪ੍ਰਸ਼ਾਦ ਪਾਣੀ ਬਣਾਉਣਾ ਹੈ, ਪਰ ਘਰ ਵਿੱਚ ਰਾਸ਼ਨ ਪਾਣੀ ਕੁਝ ਨਹੀਂ ਹੈ। ਦੋਵਾਂ ਜੀਆਂ ਨੇ ਉਸ ਵੇਲੇ ਪਤੀ ਪਤਨੀ ਨੇ ਵਿਚਾਰ ਕੀਤੀ ਵੀ ਆਪਣੇ ਇਲਾਕੇ ਦਾ ਜਿਹੜਾ ਸ਼ਾਹੂਕਾਰ ਹੈ ਨਾ, ਕਿਉਂ ਨਾ ਹੋਵੇ ਆਪਣਾ ਪੁੱਤਰ ਉਹਦੇ ਕੋਲ ਵੇਚ ਦਈਏ ਆਪਾਂ, ਤੇ ਜਿੰਨੇ ਕੁ ਪੈਸੇ ਮਿਲਣਗੇ ਉਹਦੇ ਨਾਲ ਆਪਾਂ ਰਾਸ਼ਨ ਪਾਣੀ ਲਿਆ ਕੇ ਤੇ ਫਿਰ ਪ੍ਰਸ਼ਾਦਾ ਪਾਣੀ ਬਣਾ ਕੇ ਮਹਾਰਾਜ ਨੂੰ ਛਕਾਵਾਂਗੇ। ਆਪਸ ਵਿੱਚ ਸਲਾਹਾਂ ਕਰਦੇ ਪਏ। ਹੁਣ ਮਹਾਰਾਜ ਸਾਹਿਬ ਜੀ ਜਾਣਦੇ ਪਏ ਸਾਰਾ ਕੁਝ, ਅੰਤਰਜਾਮੀ ਨੇ। ਜਦੋਂ ਇਸ ਬਾਲਕ ਨੂੰ ਲੈ ਕੇ ਇਹਦਾ ਪਿਤਾ ਤੁਰਨ ਲੱਗਾ ਨਾ ਘਰ ਤੋਂ ਬਾਹਰ ਵੇਚਣ ਵਾਸਤੇ ਸ਼ਾਹੂਕਾਰ ਦੇ ਕੋਲ, ਮਹਾਰਾਜ ਸਾਹਿਬ ਜੀਆਂ ਨੇ ਲੜਕੇ ਦੀ ਬਾਂਹ ਫੜ ਕੇ ਆਖਿਆ, ਕਹਿਣ ਲੱਗੇ ਭਾਈ ਇਹ ਤੈਨੂੰ ਵੇਚਣ ਵਾਸਤੇ ਚੱਲੇ, ਤੂੰ ਕੀ ਕਰੇਂਗਾ? ਤੇ ਇਹ ਜਦੋਂ ਬਚਨ ਮਹਾਰਾਜ ਨੇ ਆਖੇ, ਹੁਣ ਸਤਿਗੁਰਾਂ ਦੀ ਸੰਗਤ ਮਿਲੀ ਹੈ, ਮਹਾਰਾਜ ਦੇ ਹੱਥ ਦਾ ਪ੍ਰਸ਼ਾਦ ਇਸ ਨੇ ਛਕਿਆ ਸੀ, ਬੜੀ ਆਤਮ ਵਿਸ਼ੈਣੀ ਮੱਤ ਇਸ ਲੜਕੇ ਨੂੰ ਪ੍ਰਾਪਤ ਹੋਈ ਹੈ, ਬੜਾ ਸਿਆਣਾ ਹੋ ਗਿਆ ਮਹਾਰਾਜ ਦੀ ਕਿਰਪਾ ਦੇ ਨਾਲ। ਤੇ ਉਸ ਵੇਲੇ ਫਿਰ ਇਸ ਨੇ ਮਹਾਰਾਜ ਸਾਹਿਬ ਜੀਆਂ ਨੂੰ ਬਚਨ ਕੀਤਾ ਹੈ, ਮੁੱਲ ਖਰੀਦੀ ਲਾਲਾ ਗੋਲਾ। ਕਹਿਣ ਲੱਗਾ ਮਹਾਰਾਜ ਸਾਹਿਬ ਜੀ, ਉਹ ਬੱਚਾ ਕਹਿੰਦਾ ਪਾਤਸ਼ਾਹ ਮੈਂ ਤੇ ਮੁੱਲ ਖਰੀਦਿਆ ਹੋਇਆ। ਜਿਹੜਾ ਬੰਦਾ ਮੁੱਲ ਖਰੀਦਿਆ ਜਾਵੇ ਉਹਦੀ ਮਰਜ਼ੀ ਆਪਣੀ ਥੋੜ੍ਹੀ ਹੁੰਦੀ ਹੈ ਕਿ ਆਹ ਮੈਂ ਕੰਮ ਕਰਾਂਗਾ, ਆਹ ਮੈਂ ਕੰਮ ਨਹੀਂ ਕਰਾਂਗਾ। ਮਹਾਰਾਜ ਮੈਨੂੰ ਤੇ ਸ਼ਾਹੂਕਾਰ ਨੇ ਮੁੱਲ ਖਰੀਦ ਲੈਣਾ, ਉਹਨੇ ਮੈਨੂੰ ਪੈਸੇ ਦੇ ਦੇਣੇ ਮੇਰੇ ਮਾਤਾ ਪਿਤਾ ਨੂੰ। ਜਦੋਂ ਮੈਨੂੰ ਉਸਨੇ ਖਰੀਦ ਹੀ ਲਿਆ ਤੇ ਲਾਲਾ ਗੋਲਾ ਮਹਾਰਾਜ ਸਾਹਿਬ ਜੀ, ਮੈਂ ਫਿਰ ਦਾਸਾਂ ਦਾ ਦਾਸ ਹੋ ਜਾਵਾਂਗਾ। ਜਿਹੜੇ ਉਹ ਸ਼ਾਹੂਕਾਰ ਦੇ ਨੌਕਰ ਹੋਣਗੇ ਨਾ, ਜੇ ਉਹ ਨੌਕਰ ਵੀ ਮੈਨੂੰ ਕੋਈ ਹੁਕਮ ਕਰਨਗੇ ਨਾ ਤੇ ਮੈਂ ਉਹਨਾਂ ਨੌਕਰਾਂ ਦਾ ਵੀ ਹੁਕਮ ਮੰਨਣਾ ਹੈ, ਕਿਉਂਕਿ ਲਾਲਾ ਗੋਲਾ ਜੋ ਹੋਇਆ ਮੈਂ ਦਾਸਾਂ ਦਾ ਦਾਸ ਬਣ ਜਾਣਾ। ਸ਼ਾਹੂਕਾਰ ਦਾ ਹੁਕਮ ਤੇ ਮੰਨਣਾ ਹੀ ਹੈ, ਪਰ ਜਿਹੜੇ ਸ਼ਾਹੂਕਾਰ ਦੇ ਨੌਕਰ ਪਹਿਲਾਂ ਮੇਰੇ ਤੋਂ ਹੋਣਗੇ ਸੀਨੀਅਰ, ਜੇ ਉਹ ਵੀ ਮੈਨੂੰ ਕੋਈ ਹੁਕਮ ਕਰਨਗੇ ਤੇ ਉਹਨਾਂ ਦਾ ਹੁਕਮ ਵੀ ਮੈਂ ਮੰਨਣਾ ਹੈ। ਮੇਰਾ ਨਾਮ ਸੁਭਾਗਾ। ਇਹਦਾ ਨਾਮ ਸੀ ਸੁਭਾਗਾ ਲੜਕੇ ਦਾ। ਇਹ ਜਿਹੜਾ ਲੜਕਾ ਹੈ ਨਾ ਉਸ ਗਰੀਬ ਸਿੱਖ ਦਾ ਜਿਹਨੂੰ ਵੇਚਣ ਵਾਸਤੇ ਚੱਲਣ ਲੱਗਾ ਹੈ, ਇਹਦਾ ਨਾਮ ਸੁਭਾਗਾ ਹੈ। ਕਹਿਣ ਲੱਗਾ ਮਹਾਰਾਜ ਜੀ ਮੇਰਾ ਨਾਮ ਸੁਭਾਗਾ ਹੈ, ਤੇ ਮੇਰਾ ਨਾਮ ਜੇ ਸੁਭਾਗਾ ਹੈ ਤੇ ਵਾਕਿਆ ਹੀ ਮੈਂ ਭਾਗਾਂ ਵਾਲਾ ਹੋ ਜਾਵਾਂਗਾ। ਜੇ ਮੈਨੂੰ ਵੇਚ ਦੇਣਗੇ ਤੇ ਮੇਰੇ ਪੈਸਿਆਂ ਦੇ ਨਾਲ ਤੁਹਾਡਾ ਭੋਜਨ ਬਣੇਗਾ, ਇਹ ਬੜੀ ਮੇਰੇ ਤੇ ਕਿਰਪਾ ਹੋਣੀ ਹੈ। ਗੁਰ ਕੀ ਬਚਨੀ ਹਾਟ ਬਿਕਾਨਾ। ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੀ ਸਿੱਖਿਆ ਵਾਸਤੇ ਹਾਟ ਬਿਕਾਨਾ ਮੈਂ ਹੱਟੀ ਪਰ ਜਾ ਕੇ ਵਿਕਦਾ ਹਾਂ। ਤੁਹਾਡੀ ਸਿੱਖਿਆ ਤੁਹਾਡੇ ਬਚਨਾਂ ਕਰਕੇ ਮੈਂ ਸ਼ਾਹੂਕਾਰ ਦੇ ਕੋਲ ਜਾ ਕੇ ਵਿਕਦਾ ਹਾਂ। ਜਿਤ ਲਾਇਆ ਤਿਤ ਲਾਗਾ। ਮਹਾਰਾਜ ਸਾਹਿਬ ਜੀ ਜਿਸ ਤਰਫ ਮੈਨੂੰ ਆਪ ਜੀ ਨੇ ਲਾਇਆ ਮੈਂ ਉਸੇ ਤਰਫ ਹੀ ਲੱਗ ਜਾਣਾ। ਜਿਵੇਂ ਆਪ ਜੀ ਮੈਨੂੰ ਲਾਓਗੇ, ਲਾਲਾ ਗੋਲਾ ਬਣਾ ਦੇਵੋਗੇ, ਸੇਵਕ ਬਣਾ ਦੇਵੋਗੇ, ਉਸੇ ਤਰ੍ਹਾਂ ਹੀ ਮੈਂ ਕਾਰਜ ਕਰਨੇ ਹਨ। ਤੇਰੇ ਲਾਲੇ ਕਿਆ ਚਤਰਾਈ। ਮਹਾਰਾਜ ਮੈਂ ਆਪ ਜੀ ਦਾ ਲਾਲਾ ਹਾਂ, ਦਾਸ ਹਾਂ, ਮੇਰੀ ਥੋੜੀ ਚਤਰਾਈ ਹੈ। ਨੌਕਰ ਦੀ ਚਤਰਾਈ ਕਾਹਦੀ ਹੈ? ਵਿਕੇ ਹੋਏ ਦੀ ਕੋਈ ਚਤਰਾਈ ਨਹੀਂ ਹੈ।
ਇਹ ਤੇ ਜਿਹੜੇ ਮਾਲਕ ਨੇ ਖਰੀਦਿਆ ਉਹਨੇ ਹੀ ਹੁਕਮ ਕਰਨਾ ਵੀ ਹੁਣ ਉੱਠ ਜਾ, ਹੁਣ ਬੈਠ ਜਾ, ਹੁਣ ਆਹ ਕੰਮ ਕਰ ਲੈ। ਮਹਾਰਾਜ ਤੇਰੇ ਲਾਲੇ, ਮੈਂ ਆਪ ਜੀ ਦਾ ਦਾਸ ਹਾਂ, ਕਿਆ ਚਤੁਰਾਈ ਮੇਰੇ ਵਿੱਚ ਚਤੁਰਾਈ ਕੀ ਹੋ ਸਕਦੀ ਹੈ? ਜਾਂ ਮਹਾਰਾਜ ਮੈਂ ਤੁਹਾਡਾ ਦਾਸ ਹਾਂ, ਤੁਹਾਡੇ ਅੱਗੇ ਮੈਂ ਚਤੁਰਾਈ ਕੀ ਕਰ ਸਕਦਾ ਹਾਂ? ਨਹੀਂ, ਕੋਈ ਚਤੁਰਾਈ ਨਹੀਂ ਹੈ। ਸਾਹਿਬ ਕਾ ਹੁਕਮ ਨਾ ਕਰਨਾ ਜਾਈ, ਕਿਉਂਕਿ ਜਿਹੜਾ ਸਾਹਿਬ ਹੈ ਨਾ, ਮਾਲਕ, ਉਹਦਾ ਜਿਹੜਾ ਹੁਕਮ ਹੈ ਉਹ ਮੋੜਿਆ ਨਹੀਂ ਜਾ ਸਕਦਾ ਹੈ। ਜਿਸ ਨੇ ਮੋਲੀ ਖਰੀਦ ਲਿਆ ਹੈ ਫਿਰ ਉਹਦਾ ਹੁਕਮ ਨਹੀਂ ਮੋੜਿਆ ਜਾ ਸਕਦਾ। ਉਹ ਭੁੱਖਾ ਰੱਖੇ, ਪਿਆਸਾ ਰੱਖੇ, ਦੁਖੀ ਰੱਖੇ, ਸੁਖੀ ਰੱਖੇ, ਬਹੁਤਾ ਕੰਮ ਲਵੇ, ਥੋੜਾ ਕੰਮ ਲਵੇ, ਮਹਾਰਾਜ ਹੁਕਮ ਮੋੜਿਆ ਨਹੀਂ ਜਾਂਦਾ ਹੈ। ਰਹਾਓ ਮਾਂ ਲਾਲੀ ਪਿਓ ਲਾਲਾ ਮੇਰਾ। ਮਹਾਰਾਜ ਸਾਹਿਬ ਜੀ, ਇਹ ਜੋ ਮੇਰੀ ਮਾਂ ਹੈ ਇਹ ਵੀ ਲਾਲੀ ਹੈ। ਲਾਲੀ ਤੋਂ ਭਾਵ ਹੈ ਦਾਸੀ ਹੈ। ਇਹ ਮੇਰੀ ਮਾਂ ਵੀ ਆਪ ਜੀ ਦੇ ਘਰ ਦੀ ਦਾਸੀ ਹੈ। ਵੇਖੋ ਸੇਵਾ ਕਰਦੀ ਪਈ ਹੈ। ਮੇਰੀ ਮਾਂ ਵੀ ਦਾਸੀ ਬਣ ਕੇ ਤੁਹਾਡੇ ਚਰਨਾਂ ਦੀ ਸੇਵਾ ਕਰਦੀ ਹੈ। ਪਿਓ ਲਾਲਾ ਮੇਰਾ, ਇਹ ਜਿਹੜਾ ਮੇਰਾ ਪਿਓ ਬਾਪ ਹੈ ਇਹ ਵੀ ਲਾਲਾ ਕਹੀਏ ਤੁਹਾਡਾ ਦਾਸ ਹੈ। ਇਹ ਵੀ ਸੇਵਾਦਾਰ ਬਣ ਕੇ ਤੁਹਾਡੀ ਸੇਵਾ ਕਰਦਾ ਹੈ। ਓ ਲਾਲੇ ਕਾ ਜਾਇਆ, ਮਹਾਰਾਜ ਮੈਂ ਇਹਨਾਂ ਲਾਲਿਆਂ ਦਾ ਜਾਇਆ ਹੋਇਆ, ਮਾਂ ਬਾਪ ਦਾ ਪੈਦਾ ਕੀਤਾ ਹੋਇਆ ਬੱਚਾ ਹਾਂ, ਤੇ ਮੇਰਾ ਨਾਮ ਹੈ ਭਾਈ ਸੁਭਾਗਾ। ਤੇ ਮਹਾਰਾਜ ਇਹਨਾਂ ਦਾ ਪੈਦਾ ਕੀਤਾ ਹੋਇਆ ਮੈਂ ਬੱਚਾ ਵੇਖ ਕੇ ਮਹਾਰਾਜ ਤੁਹਾਡੀ ਸੇਵਾ ਕਰਦਾ ਹਾਂ। ਲਾਲੀ ਨਾਚੈ ਲਾਲਾ ਗਾਵੈ, ਇਹ ਜੋ ਲਾਲੀ ਮੇਰੀ ਮਾਂ ਹੈ, ਇਹ ਲਾਲੀ ਤੋਂ ਭਾਵ ਹੈ ਦਾਸੀ। ਦਾਸੀ ਬਣ ਕੇ ਨੱਚ ਰਹੀ ਹੈ। ਨੱਚ ਕੀ ਰਹੀ ਹੈ? ਜਿਹੜਾ ਅੰਦਰ ਬਾਹਰ ਜਾ ਕੇ ਤੁਹਾਡੇ ਵਾਸਤੇ ਪ੍ਰਸ਼ਾਦਾ ਪਾਣੀ ਬਣਾ ਰਹੀ ਹੈ ਨਾ, ਤੁਹਾਡੀ ਸੇਵਾ ਵਿੱਚ ਲੱਗੀ, ਖਿਦਮਤ ਵਿੱਚ ਲੱਗੀ ਹੋਈ ਹੈ। ਇਹ ਖਿਦਮਤ ਵਿੱਚ ਲੱਗਣਾ ਹੀ ਕਹਿ ਲਈਏ ਨੱਚਣਾ ਹੈ। ਇਹ ਮੇਰੀ ਮਾਂ ਜਿਹੜੀ ਅੰਦਰ ਬਾਹਰ ਰਸੋਈ ਦੇ ਕੰਮ ਕਰਦੀ, ਪ੍ਰਸ਼ਾਦਾ ਪਾਣੀ ਤੁਹਾਡੇ ਵਾਸਤੇ ਬਣਾ ਰਹੀ, ਸੇਵਾ ਕਰਦੀ ਪਈ, ਇਹ ਮੇਰੀ ਮਾਂ ਜਿਹੜੀ ਐਸੀ ਸੇਵਾ ਵਿੱਚ ਲੱਗੀ ਹੈ। ਲਾਲੀ ਨਾਚੈ ਲਾਲਾ ਗਾਵੈ, ਇਹ ਜਿਹੜਾ ਲਾਲਾ ਮੇਰਾ ਪਿਤਾ ਹੈ ਉਹ ਆਪ ਜੀ ਦਾ ਦਾਸ ਬਣ ਕੇ ਤੁਹਾਡਾ ਜਸ ਗਾਉਂਦਾ ਪਿਆ ਹੈ, ਤੁਹਾਡੀ ਸ਼ੋਭਾ ਕਰਦਾ ਪਿਆ। ਮੇਰਾ ਪਿਤਾ ਤੁਹਾਡੇ ਕੋਲ ਖਲੋਤਾ ਤੁਹਾਡੀ ਮਹਿਮਾ ਕਰਦਾ ਪਿਆ। ਮਹਾਰਾਜ ਐਸੇ ਅਸੀਂ ਆਪ ਜੀ ਦੇ ਦਾਸ ਸੇਵਕ ਹਾਂ। ਭਗਤ ਕਰੋ ਤੇਰੀ ਜਾ ਰਾਇਆ, ਐ ਰਾਇਆ ਰਾਜਾ ਸਰੂਪ ਸਤਿਗੁਰੂ ਜੀ, ਅਸੀਂ ਆਪ ਜੀ ਦੀ ਭਗਤੀ ਕਰਦੇ ਪਏ। ਮੇਰੀ ਮਾਂ ਵੀ ਆਪ ਜੀ ਦੀ ਸੇਵਾ ਵਿੱਚ ਲੱਗੀ, ਪ੍ਰਸ਼ਾਦਾ ਪਾਣੀ ਬਣਾ ਰਹੀ ਹੈ। ਪਿਤਾ ਆਪ ਜੀ ਦਾ ਜਸ ਕਰਦਾ ਪਿਆ, ਨਾਮ ਜਪਦਾ ਪਿਆ, ਗੁਰਬਾਣੀ ਪੜ੍ਹਦਾ ਪਿਆ। ਤੇ ਮਹਾਰਾਜ ਮੈਂ ਵੀ ਆਪ ਜੀ ਦੀ ਸੇਵਾ ਵਿੱਚ ਲੱਗਾ। ਅਸੀਂ ਸਾਰੇ ਆਪ ਜੀ ਦੀ ਸੇਵਾ ਵਿੱਚ ਲੱਗੇ ਹੋਏ ਹਾਂ। ਜਿਸ ਤਰ੍ਹਾਂ ਦੀ ਆਪ ਜੀ ਭਗਤੀ ਕਰਾਓਗੇ ਉਸੇ ਤਰ੍ਹਾਂ ਦੀ ਕਰਦੇ ਹਾਂ। ਪੀਹੇ ਤਾਂ ਪਾਣੀ ਆਣੀ ਮੀਰਾ, ਮੀਰਾ ਤੋਂ ਭਾਵ ਹੈ ਪਾਤਸ਼ਾਹ। ਕਹਿਣ ਲੱਗੇ ਹੈ ਪਾਤਸ਼ਾਹ ਸਤਿਗੁਰੂ ਜੀ, ਪੀਵੇ ਤਾਂ ਪਾਣੀ, ਜੇ ਤੁਸੀਂ ਪਾਣੀ ਪੀਣਾ ਚਾਹੁੰਦੇ ਹੋ ਤੇ ਮੈਂ ਲਿਆਵਾਂ ਭਰ ਕੇ ਭਾਂਡਾ ਆਪ ਜੀ ਦੀ ਸੇਵਾ ਵਾਸਤੇ। ਇਹ ਬੱਚਾ ਆਖਦਾ ਪਿਆ ਸੁਭਾਗਾ ਮਹਾਰਾਜ ਜੀਆਂ ਨੂੰ, ਕਹਿੰਦਾ ਪਾਤਸ਼ਾਹ ਆਪ ਪਾਤਸ਼ਾਹਾਂ ਦੇ ਪਾਤਸ਼ਾਹ ਹੋ, ਜੇ ਆਪ ਜੀ ਨੂੰ ਪਿਆਸ ਲੱਗੇ ਜਲ ਛਕਣਾ ਚਾਹੋ ਤੇ ਮਹਾਰਾਜ ਹੁਕਮ ਕਰੋ, ਮੈਂ ਹੁਣੇ ਹੀ ਪਾਣੀ ਦਾ ਕਟੋਰਾ ਭਰ ਕੇ ਲਿਆਉਂਦਾ ਹਾਂ। ਖਾਹੇ ਤਾਂ ਪੀਸਣ ਜਾਓ, ਤੇ ਪਾਤਸ਼ਾਹ ਜੇ ਤੁਹਾਨੂੰ ਪ੍ਰਸ਼ਾਦਾ ਭੋਜਨ ਚਾਹੀਦਾ ਹੈ ਤੇ ਫਿਰ ਦੱਸੋ, ਮੈਂ ਚੱਕੀ ਪੀ ਕੇ, ਉਹਨਾਂ ਸਮਿਆਂ ਵਿੱਚ ਗੁਰਮੁਖੋ ਹੱਥ ਨਾਲ ਚੱਕੀ ਘੁਮਾ ਕੇ ਦਾਣੇ ਪੀਸੇ ਜਾਂਦੇ, ਆਟਾ ਬਣਦਾ ਤੇ ਫਿਰ ਉਹਦਾ ਭੋਜਨ ਪ੍ਰਸ਼ਾਦ ਬਣਾ ਕੇ ਛਕਿਆ ਜਾਂਦਾ। ਪਾਤਸ਼ਾਹ ਤੁਹਾਡਾ ਹੁਕਮ ਹੋਵੇ ਤੇ ਮੈਂ ਚੱਕੀ ਨੂੰ ਪੀ ਕੇ ਆਟਾ ਬਣਾ ਕੇ ਤੇ ਤੁਹਾਡੇ ਵਾਸਤੇ ਭੋਜਨ ਲਿਆਉਣਾ ਕਰਾਂ। ਅੱਖਾਂ ਫੇਰੀ ਪੈਰ ਮਲੋਵਾਂ, ਮਹਾਰਾਜ ਤੁਹਾਡਾ ਹੁਕਮ ਹੋਵੇ, ਮੈਨੂੰ ਐਸੀ ਸ੍ਰੇਸ਼ਟ ਮਤ ਬਖਸ਼ਿਸ਼ ਕਰੋ ਕਿ ਜੇ ਤੁਹਾਨੂੰ ਗਰਮੀ ਲੱਗਦੀ ਹੈ ਤੇ ਮੈਂ ਤੁਹਾਡੇ ਸਰੀਰ ਦੇ ਉੱਪਰ ਪੱਖਾ ਫੇਰ ਕੇ ਸੇਵਾ ਕਰਾਂ। ਪੱਖਾ ਫੇਰੀ ਪਾਣੀ ਢੂਆ ਜੋ ਦੇਵੈ ਸੋ ਖਾਈ। ਮਹਾਰਾਜ ਸਾਹਿਬ ਜੀ ਤੁਹਾਡੀ ਕਿਰਪਾ ਹੋਵੇ, ਇਹ ਪੱਖਾ ਫੇਰਨਾ, ਪਾਣੀ ਢੋਣਾ, ਇਹ ਕਮੀਆਂ ਦੇ ਕੰਮ ਨੇ। ਮਹਾਰਾਜ ਜੀ ਮੈਨੂੰ ਇਹੋ ਹੀ ਸੇਵਾ ਦੇ ਦਿਓ ਕਿਰਪਾ ਕਰਕੇ। ਪਾਤਸ਼ਾਹ ਪੱਖਾ ਫੇਰੀ, ਮੈਂ ਆਪ ਜੀ ਦੀ ਸੇਵਾ ਵਾਸਤੇ ਪੱਖੇ ਦੀ ਸੇਵਾ ਕਰਨਾ ਕਰਾਂ। ਪੈਰ ਮਲੋਵਾ, ਆਪ ਜੀ ਦੇ ਪੈਰਾਂ ਨੂੰ ਚਰਨਾਂ ਨੂੰ ਮਲੋਵਾ ਕਹੀਏ, ਝੱਸਣਾ। ਪਾਤਸ਼ਾਹ ਤੁਹਾਡਾ ਹੁਕਮ ਹੋਵੇ ਤੁਹਾਡੇ ਚਰਨੀ ਝੱਸ ਦੇਵਾਂ, ਮੁੱਠੀ ਚਾਪੀ ਕਰ ਦੇਵਾਂ, ਤੁਹਾਡੇ ਚਰਨਾਂ ਨੂੰ ਘੁੱਟਾਂ ਦੇ ਆਪ ਜੀ ਦਾ ਹੁਕਮ ਹੋ ਜਾਵੇ। ਜਪਤ ਰਹਾ ਤੇਰਾ ਨਾਮ, ਮਹਾਰਾਜ ਸਾਹਿਬ ਜੀ ਤੁਹਾਡਾ ਨਾਮ ਹੀ ਜਪਦਾ ਰਵਾਂ, ਐਸੀ ਮੇਰੇ ਤੇ ਕਿਰਪਾ ਕਰੋ, ਐਸੀ ਸੇਵਾ ਦੇਣਾ ਕਰੋ। ਲੂਣ ਹਰਾਮੀ ਨਾਨਕ ਲਾਲਾ, ਇਹ ਆਖਦਾ ਪਿਆ ਇਸ ਭਾਗਾ ਨਾਮ ਦਾ ਬੱਚਾ, ਕਹਿੰਦਾ ਮਹਾਰਾਜ ਸਾਹਿਬ ਜੀ ਅਸੀਂ ਤੇ ਨਮਕ ਹਰਾਮੀ ਆ। ਨਮਕ ਹਰਾਮੀ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਨਮਕ ਖਾ ਕੇ ਤੇ ਕਿਸੇ ਦੇ ਜਸ ਨੂੰ ਭੁਲਾ ਦੇਵੇ। ਮਹਾਰਾਜ ਤੁਸੀਂ ਦਿਨੇ ਰਾਤ ਸਾਨੂੰ ਛਕਣ ਵਾਸਤੇ ਭੋਜਨ ਦਿੰਦੇ ਹੋ, ਪਦਾਰਥ ਦਿੰਦੇ ਹੋ। ਅਸੀਂ ਦਿਨੇ ਵੀ ਪ੍ਰਸ਼ਾਦਾ ਪਾਣੀ ਛਕਦੇ ਹਾਂ, ਰਾਤ ਨੂੰ ਵੀ ਛਕਦੇ ਹਾਂ, ਸਾਰਾ ਦਿਨ ਹੀ ਛਕਦੇ ਹਾਂ।
ਪਰ ਛਕਣ ਤੋਂ ਬਾਅਦ ਵਿੱਚ ਕਦੇ ਨਹੀਂ ਆਖਿਆ ਪਰਮਾਤਮਾ ਤੇਰਾ ਧੰਨਵਾਦ ਹੈ, ਫਿਰ ਨਮਕ ਹਰਾਮੀ ਹੋਏ ਨਾ। ਬਾਣੀ ਦਾ ਬਚਨ ਇਹ ਹੈ, ਜਿਸ ਦਾ ਦਿੱਤਾ ਖਾਵਨਾ ਤਿਸ ਕਹੀਐ। ਬਸ ਵੈਸੇ ਤੇ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ, ਪਰਮਾਤਮਾ ਧੰਨਵਾਦ ਤੂੰ ਮੈਨੂੰ ਅੱਜ ਦਿਨ ਦਿੱਤਾ ਹੈ, ਧੰਨਵਾਦ ਤੂੰ ਮੈਨੂੰ ਦੁਪਹਿਰਾ ਜਾਂ ਸ਼ਾਮ ਦਾ ਸਮਾਂ ਦਿੱਤਾ ਹੈ। ਉਹਨਾਂ ਵੱਲ ਵੀ ਦੇਖਿਆ ਕਰ ਜਿਹੜੇ ਦਿਨੇ ਰਾਤ ਮੰਜਿਆਂ 'ਤੇ ਪੈ ਪੈ ਕੇ ਸ਼ਮਸ਼ਾਨ ਨੂੰ ਤੁਰੇ ਜਾਂਦੇ। ਮੈਨੂੰ ਤੂੰ ਦੁਨੀਆ ਵਿੱਚ ਰੱਖਿਆ ਹੋਇਆ, ਤੇਰਾ ਧੰਨਵਾਦ ਹੈ, ਤੂੰ ਮੈਨੂੰ ਜੀਵਨ ਦਿੱਤਾ ਹੈ। ਜਿਹੜੇ ਪ੍ਰਸ਼ਾਦ ਮੈਂ ਛਕ ਲਏ ਨੇ ਇਹ ਵੀ ਤੇਰਾ ਧੰਨਵਾਦ। ਜਿਹੇ ਪ੍ਰਸਾਦ ਛਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ। ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੈ ਧਿਆਏ ਸਦਾ ਮਨ ਅੰਦਰ। ਇਹ ਬਾਣੀ ਦੇ ਬਚਨ ਮਹਾਰਾਜ ਨੂੰ ਬੇਨਤੀ ਕਰਨੀ ਚਾਹੀਦੀ ਹੈ। ਮਹਾਰਾਜ ਧੰਨਵਾਦ ਆਪ ਜੀ ਦਾ ਜੋ ਤੁਸੀਂ ਛਕਣ ਵਾਸਤੇ ਭੋਜਨ ਦਿੱਤਾ ਹੈ। ਮਹਾਰਾਜ ਧੰਨਵਾਦ ਹੈ ਆਪ ਜੀ ਦਾ ਜੋ ਰਹਿਣ ਵਾਸਤੇ ਮੈਨੂੰ ਰਹਿਣ ਬਸੇਰਾ ਘਰ ਬਖਸ਼ਿਸ਼ ਕੀਤਾ ਹੈ। ਇਸ ਤਰ੍ਹਾਂ ਤੈਨੂੰ ਧੰਨਵਾਦ ਕਰਨਾ ਚਾਹੀਦਾ। ਜਿਸ ਦਾ ਦਿੱਤਾ ਖਾਵਨਾ ਤਿਸ ਕਹੀਐ। ਸ਼ਾਬਾਸ਼, ਧੰਨਵਾਦ ਕਰਿਆ ਕਰ। ਪਰ ਕਰਦੇ ਨਹੀਂ ਨਾ ਆਪਾਂ, ਸਗੋਂ ਆਪਾਂ ਕੋਈ ਨਾ ਕੋਈ ਉਹਦੇ ਵਿੱਚ ਊਣਤਾ ਹੀ ਕੱਢਦੇ ਹਾਂ ਵੀ ਅੱਜ ਮੈਨੂੰ ਆਹ ਨਹੀਂ ਮਿਲਿਆ, ਅੱਜ ਮੈਨੂੰ ਉਹ ਨਹੀਂ ਮਿਲਿਆ, ਅੱਜ ਮੈਂ ਘੰਟਾ ਭੁੱਖਾ ਰਹਿ ਗਿਆ, ਅੱਜ ਮੈਂ ਅੱਧਾ ਘੰਟਾ ਪਿਆਸਾ ਰਹਿ ਗਿਆ। ਸਗੋਂ ਇਸ ਤਰ੍ਹਾਂ ਦੇ ਕਾਰਜ ਕਰਦੇ। ਮਹਾਰਾਜ ਲੂਣ ਹਰਾਮੀ ਨਾਨਕ ਗੋਲਾ। ਮੈਂ ਆਪ ਜੀ ਦੇ ਦਰ ਦਾ ਗੋਲਾ ਹਾਂ, ਦਾਸ ਹਾਂ, ਪਰ ਮੈਂ ਹਾਂ ਨਮਕ ਹਰਾਮੀ ਵੀ। ਤੁਹਾਡਾ ਨਮਕ ਖਾ ਕੇ ਮਹਾਰਾਜ ਉਸ ਨੂੰ ਹਰਾਮ ਕਰ ਦਿੰਦਾ, ਐਸੀ ਮੇਰੀ ਹਾਲਤ ਹੈ। ਬਖਸ਼ ਹੈ ਤੁਧ ਵਡਿਆਈ। ਪਰ ਜੇ ਆਪ ਜੀ ਕਿਰਪਾ ਕਰਕੇ ਬਖਸ਼ ਲਵੋ, ਮਿਹਰ ਕਰਕੇ, ਤੇ ਪਾਤਸ਼ਾਹ ਇਹ ਤੁਹਾਡੀ ਵਡਿਆਈ ਹੈ। ਆਦ ਜੁਗਾਦ ਦਿਆ ਪਦ ਦਾਤਾ। ਸਤਿਗੁਰੂ ਜੀ ਆਦ ਜੁਗਾਦ ਤੁਸੀਂ ਤੇ ਸਦਾ ਸਦਾ ਹੀ ਦਾਤੇ ਹੋ। ਭਾਵੇਂ ਸਤਿਯੁਗ ਹੋਵੇ, ਭਾਵੇਂ ਤ੍ਰੇਤਾ ਯੁਗ ਹੋਵੇ, ਦੁਆਪਰ ਯੁਗ ਹੋਵੇ, ਕਲ ਯੁਗ ਹੈ। ਮਹਾਰਾਜ ਤੁਸੀਂ ਤੇ ਸ਼ੁਰੂ ਤੋਂ ਹੀ ਦਾਤੇ ਹੋ, ਦਾਤਾਂ ਦੇਣ ਵਾਲੇ, ਹਰੇਕ ਵੇਲੇ ਦਾਤਾਂ ਦਿੰਦੇ ਪਏ। ਸੋ ਆਦ ਜੁਗਾਦ ਦਇਆ ਪਤ, ਜੁਗਾਂ ਜੁਗਾਂ ਤੋਂ ਦਇਆ ਕਰਦੇ ਪਏ। ਸਾਡੀ ਇੰਨੀ ਕਰਤੂਤ ਨਹੀਂ ਹੈ ਵੀ ਅਸੀਂ ਆਪਣੀ ਕਰਤੂਤ ਕਰਕੇ ਤੁਹਾਡੇ ਕੁਝ ਲੈ ਸਕੀਏ। ਇਹ ਤੁਹਾਡੀ ਦਇਆ ਹੈ, ਆਪ ਜੀ ਦਾਤੇ ਹੋ। ਤੁਧ ਬਿਨ ਮੁਕਤ ਨਾ ਪਾਈ। ਪਾਤਸ਼ਾਹ ਜੀ ਤੁਹਾਡੇ ਬਿਨਾ ਮੁਕਤੀ ਪਾ ਹੀ ਨਹੀਂ ਕੋਈ ਸਕਦਾ ਹੈ, ਤੁਹਾਡੇ ਬਿਨਾ ਕੋਈ ਮੁਕਤ ਨਹੀਂ ਹੋ ਸਕਦਾ। ਆਪ ਕਿਰਪਾ ਕਰੋ ਤਾਂ ਮੁਕਤੀ ਹੁੰਦੀ ਹੈ। ਮਹਾਰਾਜ ਇਸੇ ਸ਼ਬਦ ਨੂੰ ਦੁਬਾਰਾ ਫਿਰ ਉਪਦੇਸ਼ ਦੇਣ ਵਾਸਤੇ ਬਖਸ਼ਿਸ਼ ਕਰਦੇ ਹਨ। ਮੁੱਲ ਖਰੀਦੀ ਲਾਲਾ ਗੋਲਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਬੰਦਿਆ ਇਸ ਤਰ੍ਹਾਂ ਅਰਦਾਸ ਕਰਿਆ ਕਰ ਪਰਮਾਤਮਾ ਦੇ ਅੱਗੇ, ਪਾਤਸ਼ਾਹ ਮੈਂ ਆਪ ਜੀ ਦਾ ਲਾਲਾ ਗੋਲਾ, ਦਾਸਾਂ ਦਾ ਦਾਸ, ਸੇਵਕਾਂ ਦਾ ਸੇਵਕ ਹਾਂ, ਤੇ ਪਾਤਸ਼ਾਹ ਜੀ ਮੈਂ ਮੁੱਲ ਖਰੀਦਿਆ ਹੋਇਆ। ਮੇਰਾ ਨਾਉ ਅੱਗੇ ਬਖਸ਼ਿਸ਼ ਕਰਦੇ, ਮੇਰਾ ਨਾਉ ਸੁਭਾਗਾ। ਮੇਰਾ ਜਿਹੜਾ ਨਾਮ ਹੈ ਸੁਭਾਗਾ ਤੋਂ ਭਾਵ ਹੈ ਸ੍ਰੇਸ਼ਟ ਭਾਗਾਂ ਵਾਲਾ। ਪਾਤਸ਼ਾਹ ਮੈਂ ਆਪ ਜੀ ਦਾ ਲਾਲਾ ਗੋਲਾ ਹਾਂ, ਆਪ ਜੀ ਦੇ ਸੇਵਕਾਂ ਦਾ ਸੇਵਕ ਬਣ ਕੇ ਰਵਾਂ। ਜਦੋਂ ਗੁਰੂ ਸੰਗਤ ਵਿੱਚ ਆਵਾਂ ਜੋੜੇ ਝਾੜ ਦੇਵਾਂ, ਕਦੇ ਝਾੜੂ ਲਾ ਦੇਵਾਂ, ਕਦੇ ਪੋਚਾ ਫੇਰ ਦੇਵਾਂ, ਕਦੇ ਬਰਤਨ ਸਾਫ਼ ਕਰ ਦੇਵਾਂ। ਇਸ ਤਰ੍ਹਾਂ ਤੁਹਾਡੇ ਦਾਸਾਂ ਦਾ ਦਾਸ ਬਣ ਕੇ ਸੇਵਾ ਕਰਾਂ। ਤੇ ਪਾਤਸ਼ਾਹ ਮੈਂ ਆਪ ਜੀ ਦਾ ਮੁੱਲ ਖਰੀਦਿਆ ਹੋਇਆ, ਕਿਉਂਕਿ ਇਹ ਸਵਾਸ ਵੀ ਤੇ ਤੁਸੀਂ ਦਿੱਤੇ ਹੋਏ ਨਾ ਮੈਨੂੰ, ਇਹ ਭੋਜਨ ਪ੍ਰਸ਼ਾਦਾ ਵੀ ਤੁਸੀਂ ਦਿੱਤਾ ਹੈ, ਸਾਹ ਤੁਸੀਂ ਦਿੰਦੇ ਪਏ ਹੋ, ਤੇ ਤਾਂ ਹੀ ਮੈਂ ਨਿੱਕੀ ਮੋਟੀ ਸੇਵਾ ਕਰਦਾ ਪਿਆ ਨਾ। ਮਾਣ ਫਿਰ ਕਾਹਦਾ ਹੈ? ਇਹ ਤੁਹਾਡੇ ਸਵਾਸ ਬਖਸ਼ਿਸ਼ ਕੀਤੇ, ਇਹ ਮੈਂ ਮੁੱਲ ਖਰੀਦਿਆ ਹੋਇਆ। ਮੇਰਾ ਨਾਉ ਸੁਭਾਗਾ। ਮਹਾਰਾਜ ਜੀ ਮੈਂ ਨਾਮ ਜਪਾਂ ਫਿਰ ਮੈਂ ਸ੍ਰੇਸ਼ਟ ਭਾਗਾਂ ਵਾਲਾ ਹੋਵਾਂਗਾ। ਮੇਰੇ ਵਰਗੇ ਕਿਸੇ ਦੇ ਚੰਗੇ ਭਾਗ ਨਹੀਂ ਹੋਣਗੇ। ਗੁਰ ਕੀ ਬਚਨੀ ਹਾਟ ਬਿਕਾਨਾ। ਗੁਰੂ ਦੀ ਸਿੱਖਿਆ ਲੈਣ ਵਾਸਤੇ ਇਹ ਸਤ ਸੰਗਤ ਰੂਪੀ ਹੱਟੀ ਤੇ ਆ ਕੇ ਵਿਗਿਆ। ਜਿਸ ਸੰਗਤ ਵਿੱਚ ਬੈਠੇ ਆ ਇਹ ਵੀ ਹੱਟ ਹੀ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਦਾ, ਕਿਉਂਕਿ ਇੱਥੋਂ ਸਿੱਖਿਆ ਲੈਣ ਵਾਸਤੇ ਅਸੀਂ ਆ ਕੇ ਵਿਕ ਗਏ ਹਾਂ। ਜਦੋਂ ਕੋਈ ਚੀਜ਼ ਵੇਚੀ ਜਾਵੇ ਉਹਦਾ ਫਿਰ ਮੁੱਲ ਮਿਲਦਾ ਹੈ। ਇੰਨੇ ਦੀ ਚੀਜ਼ ਵੇਚੀ, ਇੰਨੇ ਦੀ ਲਈ ਹੈ। ਇਹ ਸੰਗਤ ਵਿੱਚ ਬੈਠ ਕੇ ਜਿਹੜੇ ਅਸੀਂ ਆਪਣੇ ਸਵਾਸ ਲੈਂਦੇ ਪਏ, ਇਹ ਅਸੀਂ ਦਿੰਦੇ ਪਏ ਹਾਂ ਮੁੱਲ। ਤੇ ਜਿਹੜਾ ਅਸੀਂ ਸੰਗਤ ਵਿੱਚ ਬੈਠ ਕੇ ਕਥਾ ਸੁਣਦੇ ਪਏ, ਕੀਰਤਨ ਸੁਣਦੇ ਪਏ, ਇਹ ਅਸੀਂ ਖਰੀਦਦਾਰੀ ਕਰਦੇ ਪਏ ਹਾਂ ਗੁਰੂ ਦੀ ਸਿੱਖਿਆ। ਇੱਥੋਂ ਸਾਨੂੰ ਸਿੱਖਿਆ ਮਿਲਦੀ ਪਈ ਹੈ। ਇਹ ਸਤ ਸੰਗਤ ਰੂਪੀ ਮਹਾਰਾਜ ਹੱਟ ਹੈ। ਇਸ ਹੱਟ ਦੇ ਉੱਪਰ ਮੈਂ ਵਿਕਿਆ ਹੋਇਆ ਹਾਂ। ਕਾਹਦੇ ਵਾਸਤੇ? ਸਿੱਖਿਆ ਲੈਣ ਵਾਸਤੇ। ਚਿਤ ਲਾਇਆ ਤਿਤ ਲਾਗਾ। ਮਹਾਰਾਜ ਜਿੱਧਰ ਨੂੰ ਆਪ ਜੀ ਲਾਉਂਦੇ ਹੋ ਮੈਂ ਉਧਰ ਨੂੰ ਲੱਗ ਜਾਂਦਾ। ਸੋ ਮਹਾਰਾਜ ਸਾਹਿਬ ਜੀ ਦਾ ਬਚਨ ਹੈ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਓ, ਗਲੇ ਹਮਾਰੇ ਜੇਵਰੀ ਜੈ ਖਿੰਚੈ ਤਹਿ ਜਾਓ। ਮਹਾਰਾਜ ਤੁਹਾਡੇ ਦਰ ਦਾ ਕੂਕਰ ਕੁੱਤਾ ਹਾਂ, ਮੇਰਾ ਥੋੜਾ ਕੋਈ ਮਰਜ਼ੀ ਹੈ ਵੀ ਇੱਧਰ ਜਾਣਾ ਉੱਧਰ ਨਹੀਂ ਜਾਣਾ।
ਇਹ ਹੁਕਮ ਰੂਪੀ ਰੱਸਾ ਤੁਸੀਂ ਸਾਡੇ ਗਲ ਵਿੱਚ ਪਾਇਆ। ਹੁਕਮੈ ਅੰਦਰ ਸਭ ਕੋ ਬਾਹਰ, ਹੁਕਮ ਨਾ ਕੋਏ। ਕਈ ਵਾਰੀ ਅਸੀਂ ਕੰਮ ਕਰਨਾ ਹੀ ਨਹੀਂ ਚਾਹੁੰਦੇ, ਫਿਰ ਵੀ ਕਰਨਾ ਪੈ ਰਿਹਾ, ਕਰ ਵੀ ਲੈਂਦੇ ਆ। ਤੇ ਕਈ ਵਾਰੀ ਕਰਨਾ ਚਾਹੁੰਦੇ ਆ ਪਰ ਹੁੰਦਾ ਨਹੀਂ। ਇਹ ਹੁਕਮ ਰੂਪੀ ਰੱਸਾ ਹੈ ਪ੍ਰਮਾਤਮਾ ਦਾ। ਮਹਾਰਾਜ ਇਹੋ ਜਿਹੀ ਰੱਸੀ ਤੁਸੀਂ ਗਲ ਵਿੱਚ ਪਾਈ ਹੈ। ਮੈਂ ਤੁਹਾਡੇ ਦਰ ਦਾ ਕੁੱਤਾ ਹਾਂ, ਜਿੱਧਰ ਨੂੰ ਆਪ ਲਾਉਂਦੇ ਪਾਤਸ਼ਾਹ ਉਧਰ ਨੂੰ ਲੱਗਦਾ। ਜਿਤ ਲਾਇਆ ਤਿਤ ਲਾਗਾ, ਜਿੱਧਰ ਲਾਉਂਦੇ ਉਧਰ ਲੱਗ ਪਈਦਾ ਹੈ। ਤੇਰੇ ਲਾਲੇ ਕਿਆ ਚਤਰਾਈ। ਮਹਾਰਾਜ ਤੇਰੇ ਦਾਸ ਦੀ ਤੇਰੇ ਅੱਗੇ ਕੀ ਚਤਰਾਈ ਹੋ ਸਕਦੀ ਹੈ। ਪਹਿਲੀ ਤੇ ਗੱਲ ਚਤਰਾਈ ਕਰਨੀ ਨਹੀਂ ਚਾਹੀਦੀ। ਮਹਾਰਾਜ ਦਾ ਬਚਨ ਹੀ ਇਹ ਹੈ, ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ। ਚਤਰਾਈ ਨਾਲ ਰੱਬ ਤੇ ਮਿਲਿਆ ਨਹੀਂ ਕਦੇ ਕਿਸੇ ਨੂੰ, ਪਰ ਫਿਰ ਵੀ ਬਚਨ ਹੈ ਮਹਾਰਾਜ ਤੇਰੇ ਅੱਗੇ ਚਤਰਾਈ ਕਰੀਏ ਕੀ। ਤੁਸੀਂ ਤੇ ਸਭ ਕੁਝ ਹੀ ਜਾਣਦੇ ਹੋ, ਤੁਹਾਨੂੰ ਤੇ ਸਭ ਕੁਝ ਪਤਾ। ਦੁਨੀਆ ਅੱਗੇ ਚਤਰਾਈ ਹੋ ਸਕਦੀ, ਤੁਹਾਡੇ ਅੱਗੇ ਨਹੀਂ। ਇੱਕ ਬੜਾ ਵੱਡਾ ਜੋਤਸ਼ੀ ਬੈਠਾ ਨਾ ਮੂਰਤੀ ਰੱਖ ਕੇ, ਦੁਨੀਆ ਨੂੰ ਆਖਦਾ ਮੈਨੂੰ ਤਿੰਨਾਂ ਲੋਕਾਂ ਦਾ ਗਿਆਨ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਜਦੋਂ ਗਏ, ਬੜੀ ਮਨਤਾ ਇਹਦੀ ਹੋ ਰਹੀ ਹੈ। ਮਹਾਰਾਜ ਸਾਹਿਬ ਜੀ ਨੇ ਵੇਖਿਆ ਜੋਤਸ਼ੀ ਤੇ ਨੇਤਰ ਬੰਦ ਕਰਕੇ ਬੈਠਾ, ਆਖਦਾ ਤਿੰਨਾਂ ਲੋਕਾਂ ਦਾ ਗਿਆਨ। ਪਾਤਸ਼ਾਹ ਕਹਿੰਦੇ ਭਾਈ ਮਰਦਾਨਿਆਂ ਦੀ ਮੂਰਤੀ ਪਰੇ ਲੁਕਾ ਦੇ, ਇੱਧਰ ਕਿਤੇ ਪਾਸੇ ਕਰ ਦੇ। ਭਾਈ ਮਰਦਾਨਾ ਜੀ ਨੇ ਛੇਤੀ ਨਾਲ ਇਹੋ ਜਿਹੇ ਕੰਮ ਨੂੰ ਅੰਜਾਮ ਦਿੱਤਾ। ਜਦੋਂ ਜੋਤਸ਼ੀ ਨੇ ਉਸ ਪੰਡਤ ਨੇ ਨੇਤਰ ਖੋਲ੍ਹੇ ਤੇ ਮੂਰਤੀ ਦਿਸਦੀ ਨਹੀਂ, ਲੱਭਣ ਲੱਗ ਪਿਆ ਇੱਧਰ ਉੱਧਰ। ਮਹਾਰਾਜ ਪੁੱਛਦੇ ਪਏ, ਕਹਿੰਦਾ ਮਹਾਰਾਜ ਨੇ ਪੁੱਛਿਆ, ਕਹਿੰਦੇ ਕੀ ਲੱਭਦਾ। ਕਹਿੰਦਾ ਜੀ ਮੂਰਤੀ ਗਵਾਚ ਗਈ ਹੈ। ਮਹਾਰਾਜ ਕਹਿਣ ਲੱਗੇ ਤੈਨੂੰ ਲੱਭਣ ਦੀ ਕੀ ਲੋੜ ਹੈ, ਤੂੰ ਚੌਂਕੜਾ ਲਾ ਕੇ ਸਮਾਧੀ ਲਾ, ਅੱਖਾਂ ਬੰਦ ਕਰ। ਤੈਨੂੰ ਤੇ ਤਿੰਨਾਂ ਲੋਕਾਂ ਦਾ ਹੀ ਗਿਆਨ ਹੈ, ਪਤਾਲ ਵਿੱਚ ਆਕਾਸ਼ ਵਿੱਚ ਜਿੱਥੇ ਵੀ ਹੋਵੇਗੀ ਦੇਸੀ ਪੈਣੀ ਹੈ ਨਾ। ਜਦੋਂ ਬਚਨ ਸੁਣਿਆ ਉਹ ਸਮਝ ਗਿਆ ਵੀ ਇਹ ਜਾਣੀ ਜਾਨ ਨੇ। ਲੋਕਾਂ ਅੱਗੇ ਤੇ ਮੇਰੀ ਚਤਰਾਈ ਚੱਲ ਜਾਂਦੀ ਵੀ ਤਿੰਨਾਂ ਲੋਕਾਂ ਦਾ ਗਿਆਨ ਹੈ, ਪਰ ਇਹਦੇ ਅੱਗੇ ਨਹੀਂ ਚੱਲਣੀ ਹੈ। ਹੱਥ ਜੋੜ ਕੇ ਆਖਦਾ, ਕਹਿੰਦਾ ਮਹਾਰਾਜ ਕਿਹੜਾ ਤਿੰਨਾਂ ਲੋਕਾਂ ਦਾ ਗਿਆਨ। ਇਹ ਤੇ ਨਿੱਕਾ ਮੋਟਾ ਪਖੰਡ ਕਰਕੇ ਪ੍ਰਸ਼ਾਦਾ ਪਾਣੀ ਚੱਲਦਾ ਪਿਆ। ਜੇ ਤਿੰਨਾਂ ਲੋਕਾਂ ਦਾ ਗਿਆਨ ਹੋਵੇ ਤੇ ਇੱਥੇ ਹੀ ਆ ਕੇ ਬੈਠਾ ਫਿਰ। ਸੋ ਬਚਨ ਇਹ ਹੈ, ਦੁਨੀਆ ਅੱਗੇ ਚਤਰਾਈ ਚੱਲਦੀ ਹੈ, ਰੱਬ ਦੇ ਅੱਗੇ ਚਤਰਾਈ ਚੱਲਦੀ ਵੀ ਨਹੀਂ, ਭਾਵੇਂ ਆਪਾਂ ਕਰਕੇ ਵੀ ਵੇਖ ਲਈਏ। ਪਰ ਬੇਨਤੀ ਕਰਿਆ ਕਰ ਮਹਾਰਾਜ, ਬਚਨ ਇਹ ਹੈ ਕਿ ਤੇਰੇ ਲਾਲੇ ਕਿਆ ਚਤੁਰਾਈ। ਤੇਰੇ ਦਾਸ ਦੀ ਤੇਰੇ ਅੱਗੇ ਕੀ ਚਤੁਰਾਈ ਹੋ ਸਕਦੀ, ਹੋ ਹੀ ਨਹੀਂ ਸਕਦੀ ਹੈ। ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਕਿਉਂਕਿ ਜਿਹੜਾ ਸਾਹਿਬ ਮਾਲਕ ਹੈ ਨਾ ਪ੍ਰਮਾਤਮਾ, ਉਹਦਾ ਹੁਕਮ ਕਰਨਾ ਜਾਈ, ਮੋੜਿਆ ਨਹੀਂ ਜਾਂਦਾ। ਜੇ ਪ੍ਰਮਾਤਮਾ ਨੇ ਸਾਨੂੰ ਹੁਕਮ ਕਰ ਵੀ ਦਿੱਤਾ ਨਾ, ਆਪਾਂ ਆਖੀਏ ਵੀ ਨਹੀਂ ਨਹੀਂ ਮੈਂ ਨਹੀਂ ਮੰਨਦਾ, ਜਿੰਨਾ ਮਰਜ਼ੀ ਤੂੰ ਕਹਿ ਦੇ ਨਹੀਂ ਮੰਨਦਾ, ਮੰਨਣਾ ਫਿਰ ਵੀ ਪੈਣਾ ਹੈ, ਉਹਨੇ ਮਨਾ ਹੀ ਲੈਣਾ। ਕਿਉਂਕਿ ਉਹਦਾ ਹੁਕਮ ਮਿਟਿਆ ਹੀ ਨਹੀਂ ਜਾ ਸਕਦਾ। ਹੁਕਮ ਹੈ ਅੰਦਰ ਸਭ ਕੋ। ਤੂੰ ਕੀ ਚੀਜ਼ ਹੈ, ਵੱਡੇ ਵੱਡੇ ਦੇਵਤੇ ਸਾਰੇ ਉਹਦੇ ਹੁਕਮ ਦੇ ਵਿੱਚ ਹੀ ਚੱਲਦੇ ਪਏ। ਉਹਦੇ ਹੁਕਮ ਨੂੰ ਕੋਈ ਮੇਟ ਨਹੀਂ ਸਕਦਾ ਹੈ। ਰਹਾਓ ਮਾਂ ਲਾਲੀ ਪਿਓ ਲਾਲਾ ਮੇਰਾ। ਮਾਂ ਕਹੀਏ ਗੁਰਮੁਖੋ ਜਿਹੜੀ ਸ਼ੁੱਧ ਬੁੱਧੀ ਹੈ, ਚੰਗੀ ਅਕਲ ਹੈ, ਨਾਮ ਜਪਣ ਵਾਲੀ। ਮਹਾਰਾਜ ਇਹ ਸ਼ੁੱਧ ਬੁੱਧੀ ਵੀ ਆਪ ਜੀ ਦੀ ਦੱਸੀ ਹੈ। ਜਿੱਧਰ ਨੂੰ ਆਪ ਲਾਉਂਦੇ ਹੋ ਮੇਰੀ ਮੱਤ ਨੂੰ, ਮੱਤ ਸੁਮੱਤ ਤੇਰੇ ਵਸ ਸੁਆਮੀ, ਜਿਉਂ ਪ੍ਰੇਰੇ ਤਿਉਂ ਕਰਨਾ। ਮਹਾਰਾਜ ਜਿਵੇਂ ਆਪ ਪ੍ਰੇਰਦੇ ਹੋ, ਮੱਤ ਨੂੰ ਆਪ ਦੇ ਵੱਲ ਲਾਉਂਦੇ, ਉਵੇਂ ਹੀ ਮੱਤ ਲੱਗ ਜਾਂਦੀ ਹੈ। ਮਾਂ ਲਾਲੀ ਪਿਓ ਲਾਲਾ ਮੇਰਾ। ਤੇ ਪਿਓ ਕੀ ਹੈ, ਜਿਹੜਾ ਸੰਤੋਖ ਹੈ। ਇਹ ਸੰਤੋਖ ਵੀ ਮਹਾਰਾਜ ਤੁਹਾਡਾ ਦਿੱਤਾ ਹੀ ਮਿਲਦਾ ਹੈ। ਨਹੀਂ ਤੇ ਬੰਦਾ ਭਾਵੇਂ ਕਰੋੜਾਂ ਪਤੀ, ਅਰਬਾਂ ਪਤੀ, ਖਰਬਾਂ ਪਤੀ ਵੀ ਕਿਉਂ ਨਾ ਹੋ ਜਾਵੇ, ਫਿਰ ਵੀ ਸੰਤੋਖ ਨਹੀਂ ਆਉਂਦਾ, ਫਿਰ ਵੀ ਰੱਜਦਾ ਨਹੀਂ। ਕਾਰੂ ਵਰਗੇ ਬਾਦਸ਼ਾਹ ਨੇ ਮੁਰਦਿਆਂ ਦੇ ਮੂੰਹਾਂ ਵਿੱਚੋਂ ਰੁਪਈਏ ਕਢਾ ਲਏ ਸਨ, ਉਸ ਵੇਲੇ ਰਾਜੀ ਨਹੀਂ ਆਇਆ। ਫਿਰ ਗੁਰੂ ਨਾਨਕ ਸਾਹਿਬ ਦਾ ਦਿਦਾਰਾ ਕਰਕੇ ਸੰਤੋਖ ਆਇਆ। ਮਹਾਰਾਜ ਇਹ ਸੰਤੋਖ ਰੂਪੀ ਪਿਤਾ ਵੀ ਆਪ ਜੀ ਦਾ ਬਖਸ਼ਿਸ਼ ਕੀਤਾ ਹੋਇਆ ਹੈ। ਓ ਲਾਲੇ ਕਾ ਜਾਇਆ। ਤੇ ਪਾਤਸ਼ਾਹ ਜੀ ਸ਼ੁੱਧ ਬੁੱਧੀ ਮਾਂ ਹੈ ਤੇ ਸੰਤੋਖ ਰੂਪੀ ਪਿਤਾ ਹੈ। ਇਹਨਾਂ ਦਾ ਮੈਂ ਜਾਇਆ ਪੈਦਾ ਕੀਤਾ, ਆਪ ਜੀ ਦਾ ਦਾਸ ਹਾਂ। ਲਾਲੀ ਨਾਚੈ ਲਾਲਾ ਗਾਵੈ। ਮਹਾਰਾਜ ਇਹ ਲਾਲੀ ਜਿਹੜੀ ਸ਼ੁੱਧ ਬੁੱਧੀ ਹੈ, ਇਹ ਨੱਚਦੀ ਪਈ ਹੈ। ਕੀ ਨੱਚਦੀ ਪਈ? ਜੋ ਆਪ ਜੀ ਦਾ ਨਿਰਣਾ ਕਰਦੀ ਪਈ ਹੈ ਨਾ। ਹੁਣ ਅਸੀਂ ਬੈਠੇ ਆ, ਸਾਡੀ ਬੁੱਧੀ ਵਿੱਚ ਤੇ ਦੁਨੀਆ ਦੇ ਪਦਾਰਥ ਨੇ, ਆ ਵੀ ਮਿਲ ਜਾਵੇ, ਉਹ ਵੀ ਬਣਾ ਲਈਏ, ਆ ਵੀ ਲੈ ਲਈਏ। ਪਰ ਗੁਰਮੁਖਾਂ ਦੀ ਬੁੱਧੀ ਜਿਹੜੀ ਹੈ ਉਹ ਇਹ ਸੋਚਦੀ ਪਈ ਹੈ ਪ੍ਰਮਾਤਮਾ ਮਿਲੇ, ਮਿਲੇ ਕਿਵੇਂ, ਕੀ ਕਰਾਂ। ਇਸ ਤਰ੍ਹਾਂ ਦਾ ਨਿਰਣਾ ਹਰ ਵੇਲੇ ਰੱਬ ਨੂੰ ਮਿਲਣ ਦਾ ਕਰਦੇ ਹਨ। ਭਗਤ ਕਰੋ ਤੇਰੀ ਰਾਇਆ। ਮਹਾਰਾਜ ਮੈਂ ਆਪ ਜੀ ਦੀ ਭਗਤੀ ਕਰਦਾ, ਆਪ ਰਾਇਆ ਕੀਏ ਰਾਜਾ ਸਰੂਪ ਹੋ, ਐਸੀ ਬਖਸ਼ਿਸ਼ ਕਰਦੇ। ਇਹਨਾਂ ਦੋ ਪੰਕਤੀਆਂ ਨੂੰ ਦੁਬਾਰਾ ਫਿਰ ਬਖਸ਼ਿਸ਼ ਕਰਦੇ ਹਨ। ਮਾਂ ਲਾਲੀ ਪਿਓ ਲਾਲਾ ਮੇਰਾ। ਮਾਂ ਕਿਹੜੀ ਹੈ? ਲక్ష్ਮੀ। ਲక్ష్ਮੀ ਕਹੀਏ ਮਾਇਆ। ਪਾਤਸ਼ਾਹ ਜੀ
ਇਹ ਮਾਇਆ ਜਿਹੜੀ ਹੈ ਨਾ, ਇਹ ਵੀ ਆਪ ਜੀ ਦੀ ਦਾਸੀ ਹੈ, ਰੱਬ ਦੀ ਦਾਸੀ ਹੈ। ਮਾਇਆ ਜਿਹੜੀ ਹੈ ਤੁਹਾਡੇ ਹੁਕਮ ਤੋਂ ਬਾਹਰ ਹੀ ਕੁਝ ਨਹੀਂ ਹੁੰਦਾ ਪਿਆ। ਜਿਹਨੂੰ ਮਾਇਆ ਦਿੰਦੇ ਦੇ ਦਿੰਦੇ, ਜਿੱਥੋਂ ਲੈਂਦੇ ਲੈ ਲੈਂਦੇ। ਪਾਤਸ਼ਾਹ ਇਹ ਮਾਇਆ ਵੀ ਤੁਹਾਡੀ ਦਾਸੀ ਹੈ, ਸੇਵਾਦਾਰ ਨਹੀਂ ਹੈ, ਔਰ ਤੁਹਾਡੇ ਭਗਤਾਂ ਦੀ ਵੀ ਇਹ ਸੇਵਾਦਾਰ ਨਹੀਂ ਹੈ। ਐਸੀ ਆਪ ਜੀ ਦੀ ਇਹ ਮਾਂ ਕਹੀਏ ਲక్ష్ਮੀ, ਜਿਸ ਨੂੰ ਕਿਹਾ ਜਾਂਦਾ ਮਾਇਆ, ਇਹ ਮਾਇਆ ਵੀ ਮਹਾਰਾਜ ਤੁਹਾਡੀ ਦਾਸੀ ਹੁਕਮ ਦੇ ਵਿੱਚ ਹੈ। ਪਿਓ ਲਾਲਾ ਮੇਰਾ, ਅਤੇ ਇਸੇ ਤਰ੍ਹਾਂ ਪਿਓ ਕਹੀਏ ਜੋ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਸ ਨੂੰ ਭੰਡਾਰੀ ਮੰਨਿਆ ਹੈ, ਉਹ ਹੈ ਵਿਸ਼ਨੂੰ ਨਾਮ ਦਾ ਇੱਕ ਦੇਵਤਾ। ਕਹਿਣ ਲੱਗੇ ਉਹ ਵੀ ਮਹਾਰਾਜ ਤੁਹਾਡੇ ਹੁਕਮ ਦੇ ਵਿੱਚ ਹੀ ਹੈ। ਇਹ ਵੱਡੇ ਵੱਡੇ ਦੇਵਤੇ ਵੀ ਤੁਹਾਡੇ ਹੁਕਮ ਤੋਂ ਬਾਹਰ ਹੀ ਡੱਕਾ ਨਹੀਂ ਤੋੜ ਸਕਦੇ, ਪਤਾ ਨਹੀਂ ਹਿਲਾ ਸਕਦੇ। ਤੁਹਾਡਾ ਹੁਕਮ ਹੁੰਦਾ ਤੇ ਤਾਂ ਹੀ ਸਭ ਕੁਝ ਕਰਦੇ ਹਨ। ਓ ਲਾਲੇ ਕਾ ਜਾਇਆ, ਤੇ ਮਹਾਰਾਜ ਸਾਹਿਬ ਜੀ ਇਸ ਮਾਇਆ ਕਰਕੇ, ਇਹ ਮੇਰਾ ਜਿਹੜਾ ਜਨਮ ਹੈ, ਸਾਡਾ ਸਰੀਰ ਮਾਇਆ ਕਰਕੇ ਹੀ ਜਨਮ ਸਾਨੂੰ ਮਿਲਿਆ ਨਾ। ਪਾਤਸ਼ਾਹ ਹੋਂ ਲਾਲੇ ਕਾ ਜਾਇਆ, ਮਹਾਰਾਜ ਸਾਹਿਬ ਜੀ ਮੈਂ ਇਸ ਲਾਲੇ ਦਾ ਪੈਦਾ ਕੀਤਾ ਹੋਇਆ ਹਾਂ। ਲਾਲੀ ਨਾਚੈ ਲਾਲਾ ਗਾਵੈ, ਇਸ ਤਰੀਕੇ ਦੇ ਨਾਲ ਇਹ ਲਾਲੀ ਨਾਚੇ। ਲਾਲੀ ਜੋ ਮਾਇਆ ਹੈ ਲక్ష్ਮੀ, ਇਹ ਆਪ ਜੀ ਦੀ ਤਰਫ ਨੱਚ ਰਹੀ ਹੈ, ਆਪ ਜੀ ਦੇ ਤਰਫ ਆ ਰਹੀ ਹੈ। ਲਾਲਾ ਗਾਵੈ, ਅਤੇ ਲਾਲਾ ਜੋ ਜਿਸ ਨੂੰ ਈਸ਼ਵਰ ਕਿਹਾ ਹੈ, ਵਿਸ਼ਨੂੰ ਕਿਹਾ ਹੈ, ਆਪ ਜੀ ਦੇ ਜਸ ਨੂੰ ਗਾ ਰਿਹਾ ਹੈ। ਭਗਤ ਕਰੋ ਤੇਰੀ ਰਾਇਆ, ਤੇ ਆਪ ਜੀ ਦੀ ਇਹ ਭਗਤੀ ਕਰਦੇ ਪਏ ਮਹਾਰਾਜ। ਰਾਇਆ ਕਹੀਏ ਆਪ ਰਾਜਾ ਸਰੂਪ ਹੋ। ਫਿਰ ਇਹਨਾਂ ਪੰਕਤੀਆਂ ਨੂੰ ਦੁਬਾਰਾ ਬਖਸ਼ਿਸ਼ ਕਰਦੇ ਹਨ। ਮਾਂ ਲਾਲੀ ਪਿਓ ਲਾਲਾ ਮੇਰਾ, ਸਤਿਗੁਰੂ ਕਹਿਣ ਲੱਗੇ, ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਸਾਡੀ ਜੋ ਮਾਤਾ ਤ੍ਰਿਪਤਾ ਜੀ ਹਨ ਅਤੇ ਸਾਡੇ ਜੋ ਪਿਤਾ ਬਾਬਾ ਕਲਿਆਣ ਚੰਦ ਜੀ ਹਨ ਮਹਾਰਾਜ, ਇਹ ਵੀ ਤੁਹਾਡੇ ਘਰ ਦੇ ਦਾਸ ਹੀ ਨੇ, ਜਿਨ੍ਹਾਂ ਨੇ ਸਾਨੂੰ ਪੈਦਾ ਕਰਕੇ ਸੰਸਾਰ ਵਿੱਚ ਲਿਆਂਦਾ ਹੈ। ਗੁਰਮੁਖੋ ਵਿਦਵਾਨਾਂ ਦਾ ਕਥਨ ਹੈ ਕਿ ਬਾਬਾ ਕਲਿਆਣ ਚੰਦ ਜੀਆਂ ਦੀ ਬੜੇ ਹਜ਼ਾਰਾਂ ਜਨਮਾਂ ਦੀ ਭਗਤੀ ਹੈ। ਸੋ ਜਦੋਂ ਉਹਨਾਂ ਦੀ ਭਗਤੀ ਪ੍ਰਵਾਨ ਹੋਈ ਨਾ, ਉਸ ਵੇਲੇ ਅਕਾਲ ਪੁਰਖ ਨੇ ਆਵਾਜ਼ ਦੇ ਕੇ ਆਖਿਆ, ਕਹਿਣ ਲੱਗੇ ਤੁਹਾਡੀ ਭਗਤੀ ਪ੍ਰਵਾਨ ਹੋ ਗਈ ਹੈ, ਅਸੀਂ ਤੁਹਾਨੂੰ ਜੇ ਚਾਹੋ ਤੇ ਦਰਸ਼ਨ ਦੇ ਸਕਦੇ ਹਾਂ, ਜੇ ਦਰਸ਼ਨ ਕਰਨੇ ਚਾਹੋ ਤੇ ਦਰਸ਼ਨ ਕਰ ਲਵੋ। ਜਦੋਂ ਬਾਬਾ ਕਲਿਆਣ ਚੰਦ ਜੀਆਂ ਨੇ ਬਚਨ ਸੁਣੇ ਨਾ ਅਕਾਲ ਪੁਰਖ ਦੇ, ਉਸ ਵੇਲੇ ਹੱਥ ਜੋੜ ਕੇ ਆਖਿਆ, ਕਹਿਣ ਲੱਗੇ ਕੋਈ ਤਮੰਨਾ ਹੈ ਕਿ ਪਰਮੇਸ਼ਰ ਤੁਸੀਂ ਪੁੱਤਰ ਬਣ ਕੇ ਮੇਰੇ ਘਰ ਵਿੱਚ ਪੈਦਾ ਹੋ, ਮੇਰੀ ਇਹ ਇੱਛਾ ਹੈ। ਸੋ ਮਹਾਂਪੁਰਖਾਂ ਦੇ ਬਚਨ ਇਹ ਨੇ ਵੀ ਜਦੋਂ ਤੋਂ ਸ੍ਰਿਸ਼ਟੀ ਬਣੀ ਹੈ, ਉਦੋਂ ਤੋਂ ਲੈ ਕੇ ਬਾਬਾ ਕਲਿਆਣ ਚੰਦ ਜੀ ਹਰੇਕ ਮਨੁੱਖ ਜਨਮ ਦੇ ਵਿੱਚ ਆ ਕੇ ਲਗਾਤਾਰ ਭਗਤੀ ਕਰਦੇ ਰਹੇ, ਲਗਾਤਾਰ ਹੀ ਭਗਤੀ ਕਰਦੇ ਰਹੇ ਉਹਨਾਂ ਚਿਰ ਜਿੰਨਾ ਚਿਰ ਬਾਬਾ ਕਲਿਆਣ ਚੰਦ ਜੀਆਂ ਦੇ ਜਨਮ ਦੇ ਵਿੱਚ ਨਹੀਂ ਆ ਗਏ। ਜਦੋਂ ਤੋਂ ਦੁਨੀਆ ਬਣੀ ਹੈ, ਜਦੋਂ ਤੋਂ ਮਨੁੱਖ ਬਣਿਆ, ਉਦੋਂ ਤੋਂ ਹੀ ਭਗਤੀ ਕਰਦੇ ਆ। ਜਦੋਂ ਭਗਤੀ ਪ੍ਰਵਾਨ ਹੋਈ, ਪਰਮੇਸ਼ਰ ਨੇ ਪੁੱਛਿਆ ਦਰਸ਼ਨ ਦਈਏ, ਕਹਿਣ ਲੱਗੇ ਮਹਾਰਾਜ ਬੇਨਤੀ ਇਹ ਹੈ ਕਿ ਪੁੱਤਰ ਬਣ ਕੇ ਘਰ ਵਿੱਚ ਆਓ, ਇਹ ਮੇਰੇ ਮਨ ਦੀ ਤਮੰਨਾ ਹੈ। ਅਕਾਲ ਪੁਰਖ ਨੇ ਉਸ ਵੇਲੇ ਹੁਕਮ ਕੀਤਾ, ਕਹਿਣ ਲੱਗੇ ਠੀਕ ਹੈ, ਪੁੱਤਰ ਤੇ ਬਣ ਕੇ ਤੇਰੇ ਘਰ ਵਿੱਚ ਆ ਜਾਵਾਂਗੇ, ਪਰ ਤੇਰੇ ਉੱਪਰ ਹਮੇਸ਼ਾ ਮੋਹ ਦੀ ਚਾਦਰ ਪਾ ਕੇ ਰੱਖਾਂਗੇ, ਮੋਹ ਵਿੱਚ ਪਛਾਣ ਨਹੀਂ ਸਕੇਗਾ। ਹੱਥ ਜੋੜ ਕੇ ਆਖਿਆ, ਕਹਿਣ ਲੱਗੇ ਕੋਈ ਗੱਲ ਨਹੀਂ ਮਹਾਰਾਜ, ਮੋਹ ਦੇ ਵਿੱਚ ਵੀ ਭਾਵੇਂ ਰੱਖ ਲਿਓ, ਪਰ ਪੁੱਤਰ ਬਣ ਕੇ ਆ ਜਾਓ। ਇਹ ਬਚਨ ਸੁਣ ਕੇ ਅਕਾਲ ਪੁਰਖ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਚਲੋ ਠੀਕ ਹੈ, ਜਦੋਂ ਤੁਹਾਡੇ ਸਰੀਰ ਦੇ ਛੱਡਣ ਦਾ ਸਮਾਂ ਆਵੇਗਾ, ਉਦੋਂ ਸਾਰੀ ਫਿਰ ਮਾਇਆ ਅਸੀਂ ਮੋਹ ਹਟਾ ਵੀ ਲਵਾਂਗੇ ਤੁਹਾਡੇ ਉੱਪਰੋਂ, ਤੁਹਾਨੂੰ ਫਿਰ ਉਸ ਵੇਲੇ ਸੱਚਖੰਡ ਦੀ ਪ੍ਰਾਪਤੀ ਵਾਲੇ ਬਣ ਜਾਓਗੇ, ਐਸੀ ਦਾਤ ਵੀ ਬਖਸ਼ਿਸ਼ ਕਰਾਂਗੇ। ਸੋ ਬਾਬਾ ਕਲਿਆਣ ਚੰਦ ਜੀਆਂ ਦੀ ਭਗਤੀ ਨੂੰ ਭਾਗ ਲੱਗਾ। ਇਹਨਾਂ ਦਾ ਜਨਮ ਫਿਰ ਉਹ ਹੋਇਆ ਜਿਸ ਜਨਮ ਦੇ ਵਿੱਚ ਇਹਨਾਂ ਦਾ ਨਾਮ ਕਲਿਆਣ ਚੰਦ ਰੱਖਿਆ ਗਿਆ। ਮਾਤਾ ਜੀ ਦਾ ਜਨਮ ਉਹ ਹੋਇਆ ਜਿਸ ਦੇ ਵਿੱਚ ਉਹਨਾਂ ਦਾ ਨਾਮ ਮਾਤਾ ਤ੍ਰਿਪਤਾ ਦੇਵੀ ਜੀ ਰੱਖਿਆ ਗਿਆ। ਇਹਨਾਂ ਦੇ ਘਰ ਦੇ ਵਿੱਚ ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ, ਜੋ ਅਕਾਲ ਪੁਰਖ ਦਾ ਸਰੂਪ ਨੇ, ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਆਪ ਨਿਰੰਕਾਰ ਪਰਮੇਸ਼ਰ ਨੇ ਫਿਰ ਆ ਗਏ ਅਵਤਾਰ ਧਾਰ ਕੇ ਇਹਨਾਂ ਦੇ ਘਰ ਵਿੱਚ, ਮਾਤਾ ਪਿਤਾ ਬਣਾ ਕੇ ਇਹਨਾਂ ਨੂੰ ਸਫਲਿਆਂ ਕੀਤਾ। ਬਾਬਾ ਕਲਿਆਣ ਚੰਦ ਜੀ ਮਹਾਰਾਜ ਦੇ ਪਿਤਾ ਮੋਹ ਦੇ ਵਿੱਚ ਪੈ ਕੇ ਕਦੇ ਮਹਾਰਾਜ ਨੂੰ ਚਪੇੜਾਂ ਮਾਰ ਛੱਡਦੇ, ਕਦੇ ਮੱਝਾਂ ਚਾਰਨ ਭੇਜ ਦਿੰਦੇ, ਕਦੇ ਸੌਦਾ ਕਰਾਉਂਦੇ ਪਏ, ਇਸ ਤਰ੍ਹਾਂ ਸੰਸਾਰੀ ਕੰਮਾਂ ਵਿੱਚ ਵਾਰ-ਵਾਰ ਲਾਉਂਦੇ ਪਏ, ਪਰ ਮਹਾਰਾਜ ਨਿਰੰਤਰ ਆਪਣੇ ਕੰਮ ਦੇ ਵਿੱਚ ਲੱਗੇ ਰਹੇ। ਜਦੋਂ ਬਾਬਾ ਕਲਿਆਣ ਚੰਦ ਜੀ ਦੇ ਸਰੀਰ ਛੱਡਣ ਦਾ ਸਮਾਂ ਥੋੜ੍ਹਾ ਰਹਿ ਗਿਆ, ਉਦੋਂ ਫਿਰ ਦਰਸ਼ਨ ਬਖਸ਼ਿਸ਼ ਕਰਕੇ, ਨਜ਼ਰੋ ਨਜ਼ਰੀ ਨਿਹਾਲ ਕਰਕੇ ਮਹਾਰਾਜ ਜੀਆਂ ਨੇ ਉਹਨਾਂ ਨੂੰ ਸਫਲਿਆਂ ਕਰ ਦਿੱਤਾ ਦੁਨੀਆ ਵਿੱਚ ਆ ਕੇ। ਸੋ ਬਚਨ ਆ ਗਿਆ, ਕਹਿਣ ਲੱਗੇ
ਮਹਾਰਾਜ ਫਰਮਾਉਂਦੇ ਹਨ। ਮਾਂ ਲਾਲੀ ਪਿਓ ਲਾਲਾ ਮੇਰਾ। ਕਹਿ ਲੱਗੇ ਸਾਡੀ ਜੋ ਮਾਤਾ ਹੈ, ਮਾਤਾ ਤ੍ਰਿਪਤਾ ਜੀ, ਉਹ ਲਾਲੀ ਕਹੀਏ ਆਪ ਜੀ ਦੀ ਦਾਸੀ ਹੈ, ਅਕਾਲ ਪੁਰਖ ਪਰਮੇਸ਼ਰ, ਜਿਨੇ ਕਈ ਜਨਮ ਇਹੋ ਹੀ ਭਗਤੀ ਕਰਦਿਆਂ ਬਚਨ ਲਿਆ ਕਿ ਪਰਮੇਸ਼ਰ ਪੁੱਤਰ ਬਣ ਕੇ ਮੇਰੀ ਗੋਦੀ ਦੇ ਵਿੱਚ ਆ ਕੇ ਬਿਰਾਜਮਾਨ ਹੋਵੇ। ਮੇਰੀ ਮਾਤਾ ਜੋ ਤ੍ਰਿਪਤਾ ਹੈ ਉਹ ਆਪ ਜੀ ਦੀ ਦਾਸੀ ਹੈ ਮਹਾਰਾਜ, ਆਪ ਜੀ ਦਾ ਨਾਮ ਜਪਦੀ ਹੈ। ਪਿਓ ਲਾਲਾ ਮੇਰਾ। ਤੇ ਸਾਡੇ ਜਿਹੜੇ ਪਿਤਾ ਨੇ ਬਾਬਾ ਕਲਿਆਣ ਚੰਦ ਜੀ, ਉਹ ਵੀ ਆਪ ਜੀ ਦੇ ਦਾਸ ਨੇ, ਸੇਵਕ ਨੇ, ਜਿਨ੍ਹਾਂ ਨੇ ਭਗਤੀ ਕਰ ਕਰਕੇ ਵਰ ਮੰਗਿਆ ਸੀ ਵੀ ਪਰਮੇਸ਼ਰ ਸਾਡੇ ਘਰ ਵਿੱਚ ਪੁੱਤਰ ਬਣ ਕੇ ਆਵੇ, ਉਹ ਵੀ ਆਪ ਜੀ ਦੇ ਦਾਸ ਹਨ। ਓ ਲਾਲੇ ਕਾ ਜਾਇਆ। ਮਹਾਰਾਜ ਮੈਂ ਇਹਨਾਂ ਦੋਨਾਂ ਦਾ ਪੈਦਾ ਕੀਤਾ ਹੋਇਆ, ਮੈਂ ਵੀ ਆਪ ਜੀ ਦਾ ਦਾਸ ਹਾਂ। ਮੇਰੀ ਮਾਤਾ ਤ੍ਰਿਪਤਾ ਜੀ ਹਨ, ਪਿਤਾ ਕਲਿਆਣ ਚੰਦ ਜੀ, ਇਹਨਾਂ ਦੇ ਘਰ ਵਿੱਚ ਸਾਡਾ ਅਵਤਾਰ ਹੋਇਆ ਹੈ। ਹਉ ਲਾਲੇ ਕਾ ਜਾਇਆ, ਮੈਂ ਇਹਨਾਂ ਦਾ ਜਾਇਆ ਪੈਦਾ ਕੀਤਾ ਹੋਇਆ, ਆਪ ਜੀ ਦਾ ਸੇਵਕ ਹਾਂ। ਐਸੀ ਬੇਨਤੀ ਕਰਦੇ ਹਨ। ਲਾਲੀ ਨਾਚੈ ਲਾਲਾ ਗਾਵੈ। ਇਹ ਜੋ ਸਾਡੀ ਲਾਲੀ ਮਾਤਾ ਹੈ, ਮਾਤਾ ਤ੍ਰਿਪਤਾ ਜੀ, ਨੱਚਣਾ ਕੀ ਹੈ? ਜੋ ਆਪ ਜੀ ਦੀ ਸੇਵਾ ਵਿੱਚ ਲੱਗੇ ਹੋਏ, ਇਹੋ ਹੀ ਨੱਚਣਾ ਹੈ। ਸਾਡੀ ਮਾਤਾ ਆਪ ਜੀ ਦੀ ਸੇਵਾ ਕਰ ਰਹੀ ਹੈ। ਭਗਤ ਕਰੋ ਤੇਰੀ ਰਾਇਆ। ਐ ਰਾਜਾ, ਆਪ ਜੀ ਦੀ ਮੈਂ ਭਗਤੀ ਕਰਦਾ ਕਿਉਂਕਿ ਆਪ ਕਲਿਆਣ ਸਰੂਪ ਹੋ। ਪੀਹੇ ਤਾਂ ਪਾਣੀ ਆਣੀ ਮੀਰਾ। ਜਗਿਆਸੂ ਆਖਦਾ ਹੈ, ਇਹ ਪਾਤਸ਼ਾਹ, ਜੇ ਆਪ ਜੀ ਪਦਾਰਥਾਂ ਰੂਪੀ ਪਾਣੀ ਨੂੰ ਪੀਣਾ ਕਰਨਾ ਚਾਹੁੰਦੇ ਹੋ ਤੇ ਮੈਂ ਆਪ ਜੀ ਵਾਸਤੇ ਪਦਾਰਥ ਲੈ ਕੇ ਆਵਾਂ। ਭਾਵ ਇਹ ਹੈ ਕਿ ਜੇ ਕੋਈ ਤੁਸੀਂ ਮੇਰੇ ਕੋਲੋਂ ਵਸਤੂ ਅੰਗੀਕਾਰ ਕਰਨੀ ਚਾਹੁੰਦੇ ਹੋ, ਪਦਾਰਥ, ਤੇ ਮਹਾਰਾਜ ਹੁਕਮ ਕਰੋ, ਤੁਹਾਡੇ ਵਾਸਤੇ ਪਦਾਰਥ ਲੈ ਕੇ ਆਉਣਾ ਕਰਾਂ। ਖਾਹੇ ਤਾਂ ਪੀਸਣ ਜਾਓ। ਤੇ ਮਹਾਰਾਜ ਜੇ ਆਪ ਜੀ ਕੋਈ ਪ੍ਰਸ਼ਾਦਾ ਭੋਜਨ ਛਕਣਾ ਚਾਹੁੰਦੇ ਹੋ ਤੇ ਫਿਰ ਹੁਕਮ ਕਰੋ, ਤੁਹਾਡੇ ਵਾਸਤੇ ਪ੍ਰਸ਼ਾਦਾ ਭੋਜਨ ਲੈ ਕੇ ਆਵਾਂ। ਕਿਹੜਾ ਪ੍ਰਸ਼ਾਦਾ ਭੋਜਨ ਹੈ? ਜਿਹੜਾ ਸਰਵਨ ਕਰਨਾ ਹੈ, ਜਿਹੜਾ ਕੰਨਾਂ ਵਿੱਚ ਆਪਾਂ ਸੁਣਦੇ ਪਏ ਨਾ, ਇਹੋ ਹੀ ਪ੍ਰਮਾਤਮਾ ਦਾ ਭੋਜਨ ਹੈ। ਜਿਹੜਾ ਅਸੀਂ ਸੁਣ ਕੇ ਬਾਅਦ ਵਿੱਚ ਮੰਨ ਲਵਾਂਗੇ, ਇਹ ਪ੍ਰਮਾਤਮਾ ਦਾ ਭੋਜਨ ਹੈ। ਜਿਹੜਾ ਮੰਨ ਕੇ ਫਿਰ ਕਮਾਈ ਕਰਾਂਗੇ ਨਾ, ਇਹ ਪ੍ਰਮਾਤਮਾ ਦਾ ਭੋਜਨ ਹੈ। ਰੱਬ ਨੂੰ ਦੁਨੀਆ ਦੇ ਪਦਾਰਥਾਂ ਦੀ ਭੁੱਖ ਨਹੀਂ ਹੈ। ਜਿਹੜਾ ਸਿੱਖ ਕੋਈ ਗੁਰਮੁਖ ਪਿਆਰਾ ਸੁਣਦਾ ਪਿਆ, ਮੰਨਦਾ ਪਿਆ, ਫਿਰ ਕਮਾਈ ਕਰਦਾ ਹੈ, ਅਕਾਲ ਪੁਰਖ ਇਹੋ ਹੀ ਤੁਹਾਡਾ ਭੋਜਨ ਹੈ। ਮਹਾਰਾਜ ਇਹ ਭੋਜਨ ਆਪ ਜੀ ਬਖਸ਼ਿਸ਼ ਕਰੋ। ਪੱਖਾ ਫੇਰੀ ਪੈਰ ਮਲੋਆ। ਪੱਖਾ ਫੇਰਨਾ ਕੀ ਹੈ? ਜਿਹੜਾ ਪੱਖ ਲੈਣਾ ਹੈ। ਪੱਖ ਕੀ ਲੈਣਾ ਹੈ? ਹੁਣ ਤੇ ਅਸੀਂ ਦੁਨੀਆਦਾਰੀ ਦਾ ਪੱਖ ਲੈਂਦੇ ਆ। ਮੇਰਾ ਭਰਾ, ਮੇਰੀ ਮਾਂ ਹੈ, ਮੇਰਾ ਮਾਤਾ ਪਿਤਾ, ਭਾਵੇਂ ਉਹ ਝੂਠੇ ਹੋਣ ਸੱਚੇ ਹੋਣ, ਅਸੀਂ ਆਪਣਿਆਂ ਦਾ ਹੀ ਪੱਖ ਲੈਂਦੇ ਹਾਂ। ਮਹਾਰਾਜ ਜੇ ਤੁਹਾਡੀ ਕਿਰਪਾ ਹੋਵੇ, ਮੈਂ ਦੁਨੀਆਦਾਰੀ ਦਾ ਪੱਖ ਛੱਡ ਕੇ ਮੈਂ ਤੁਹਾਡਾ ਹੀ ਪੱਖ ਲੈਣਾ ਕਰਾਂ। ਜਾਂ ਤੂੰ ਮੇਰਾ ਵੱਲ ਹੈ ਮਹਾਰਾਜ, ਜੇ ਤੁਸੀਂ ਮੇਰੇ ਪੱਖ ਦੇ ਵਿੱਚ ਹੋ, ਮੈਂ ਵੀ ਆਪ ਜੀ ਦੇ ਪੱਖ ਵਿੱਚ ਹੀ ਆ ਜਾਵਾਂ। ਐਸੀ ਕਿਰਪਾ ਕਰੋ, ਦੁਨੀਆਦਾਰੀ ਦਾ ਪੱਖ ਛੱਡ ਕੇ ਤੁਹਾਡੇ ਪੱਖ ਦੇ ਵਿੱਚ ਆਉਣਾ ਕਰਾਂ। ਜਪਤ ਰਹਾ ਤੇਰਾ ਨਾਮ। ਪੱਖਾ ਫੇਰੀ ਪੈਰ ਮਲੋਵਾ। ਪੈਰ ਮਲੋਵਾ ਕੀ ਹੈ ਗੁਰਮੁਖੋ? ਜਿਹੜਾ ਚਰਨਾਂ ਦਾ ਧਿਆਨ ਧਾਰਨਾ ਹੈ। ਨੇਤਰ ਬੰਦ ਕਰਕੇ ਆਪਣੇ ਮਨ ਦੇ ਵਿੱਚ ਅਕਾਲ ਪੁਰਖ ਦੇ ਜਾਂ ਗੁਰੂ ਨਾਨਕ ਸਾਹਿਬ ਦੇ ਜਾਂ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਧਾਰਨ ਕਰਨਾ, ਇਹੋ ਹੀ ਮਹਾਰਾਜ ਤੁਹਾਡੇ ਪੈਰ ਦਬਾਉਣੇ ਹਨ। ਜਪਤ ਰਹਾ ਤੇਰਾ ਨਾਮ। ਆਪ ਜੀ ਦਾ ਮੈਂ ਨਾਮ ਜਪਦਾ ਰਵਾਂ, ਅੱਠੇ ਪੈਰ 24 ਘੰਟੇ, ਸਾਸ ਸਾਸ, ਐਸੀ ਦਾਤ ਆਪ ਜੀ ਦੇਣਾ ਕਰੋ। ਲੂਣ ਹਰਾਮੀ ਨਾਨਕ ਲਾਲਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਜਗਿਆਸੂ ਆਖਦਾ ਹੈ ਵੀ ਐ ਪ੍ਰਮਾਤਮਾ, ਮੈਂ ਆਪ ਜੀ ਦਾ ਦਾਸ, ਪਰ ਹਾਂ ਲੂਣ ਹਰਾਮੀ। ਲੂਣ ਹਰਾਮੀ ਕੀ ਹੈ? ਵੀ ਦਿੱਤਾ ਤੇ ਮੈਂ ਤੁਹਾਡਾ ਹੀ ਖਾਂਦਾ ਹਾਂ, ਪਰ ਕਦੇ ਸ਼ੁਕਰਾਨਾ ਨਹੀਂ ਕੀਤਾ। ਜਿਸ ਦਾ ਦਿੱਤਾ ਖਾਵਨਾ ਵਾਲਾ ਬਚਨ ਆਪਾਂ ਫਿਰ ਸਰਵਨ ਕਰ ਰਹੇ ਹਾਂ ਵੀ ਦਿੱਤਾ ਤੇ ਤੁਹਾਡਾ ਹੀ ਖਾਂਦਾ, ਪਰ ਕਦੇ ਸ਼ੁਕਰਾਨਾ ਨਹੀਂ ਕਰਦਾ। ਐਸਾ ਲੂਣ ਹਰਾਮੀ ਹਾਂ। ਬਖਸ਼ ਸੇ ਤੁਧ ਵਡਿਆਈ। ਮਹਾਰਾਜ ਤੁਸੀਂ ਬਖਸ਼ ਲੈਂਦੇ ਹੋ, ਤੇ ਤੁਹਾਡੀ ਵਡਿਆਈ ਹੈ, ਪਰ ਮੇਰੀ ਕਰਤੂਤ ਕਰਕੇ ਨਹੀਂ ਮੈਂ ਬਖਸ਼ਿਆ ਜਾ ਸਕਦਾ। ਇਹ ਤੇ ਤੁਹਾਡੀ ਵਡਿਆਈ ਹੈ ਜੋ ਤੁਸੀਂ ਬਖਸ਼ ਲੈਣਾ ਕਰਦੇ ਹੋ। ਆਦ ਜੁਗਾਦ ਦਇਆ ਪਦਾਤਾ। ਮਹਾਰਾਜ ਆਦ ਜੁਗਾਦ ਸ਼ੁਰੂ ਤੋਂ ਹੀ ਤੁਸੀਂ ਜੀਵਾਂ ਦੇ ਦਾਤੇ ਹੋ, ਦਾਤਾਂ ਦੇਣ ਵਾਲੇ ਹੋ। ਤੁਧ ਬਿਨ ਮੁਕਤ ਨਾ ਪਾਈ। ਤੁਹਾਡੇ ਬਿਨਾ ਕੋਈ ਮੁਕਤੀ ਪਾ ਹੀ ਨਹੀਂ ਸਕਦਾ ਹੈ। ਜਿੰਨਾ ਚਿਰ ਤੁਸੀਂ ਕਿਰਪਾ ਕਰਕੇ ਆਪ ਮੁਕਤੀ ਨਹੀਂ ਨਾ ਦਿੰਦੇ, ਉਹਨਾਂ ਚਿਰ ਕੋਈ ਮੁਕਤ ਨਹੀਂ ਹੋ ਸਕਦਾ ਹੈ। ਇਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਾਨੂੰ ਅੰਮ੍ਰਿਤ ਵੇਲੇ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਵਿਚਾਰ ਕਰਦਿਆਂ ਭੁੱਲ ਚੁੱਕ ਦੀ ਮੁਆਫੀ ਦਿਓ। ਸੱਜਣਾ ਸੀਸੜੀਆਂ ਸਾਹਿਬ ਸਿਓ ਮੇਲੋ। ਲੂਣ ਹਰਾਮੀ ਨਾਨਕ ਲਾਲਾ, ਬਖਸ਼ੇ ਤੁਧ ਵਡਿਆਈ। ਆਦ ਜੁਗਾਦ ਦਇਆ ਪਦਾਤਾ,
ਤੁਧ ਬਿਨ ਮੁਕਤ ਨ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਕੀ ਸੰਗਤ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀਆਂ ਦੇ ਪ੍ਰਕਾਸ਼ ਦਿਹਾੜੇ ਜੋ 16 ਤਰੀਕ ਨੂੰ ਆਪਾਂ ਨੂੰ ਪ੍ਰਾਪਤ ਹੋ ਰਹੇ ਨੇ, ਅੱਜ 10:30 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀਆਂ ਦੇ ਪ੍ਰਰੰਭਤਾ ਦੀ ਅਰਦਾਸ ਹੋਵੇਗੀ। ਕਥਾ ਦਾ ਹੁਣ 2-3 ਦਿਨ ਵਿਸ਼ਰਾਮ ਰਹੇਗਾ। ਲਗਾਤਾਰ ਆਪਾਂ ਅਖੰਡ ਪਾਠ ਸਾਹਿਬ ਸਰਵਣ ਕਰਾਂਗੇ। ਆਪ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਤਿਆਰ ਰਹਿਣਗੇ। ਆਪ ਸੰਗਤਾਂ ਵੱਧ ਤੋਂ ਵੱਧ ਸਵੇਰੇ ਸ਼ਾਮ ਹਾਜ਼ਰੀ ਭਰ ਕੇ ਤੇ ਮਹਾਰਾਜ ਦੀਆਂ ਸੇਵਾਵਾਂ ਕਰਕੇ ਖੁਸ਼ੀਆਂ ਪ੍ਰਾਪਤ ਕਰੋ। ਜਿਨ੍ਹਾਂ ਸੰਗਤਾਂ ਨੇ ਲੰਗਰਾਂ ਵਾਸਤੇ ਰਸਤਾਂ ਬਸਤਾਂ ਹਾਜ਼ਰ ਕਰਨੀਆਂ, ਉਹ ਵੀ ਸੰਗਤਾਂ ਆਟਾ ਮਸਾਲੇ ਵਗੈਰਾ ਜੋ ਵੀ ਹੈ, ਦੁੱਧ, ਆਪ ਸੰਗਤਾਂ ਸੇਵਾ ਕਰ ਸਕਦੇ ਹੋ। 16 ਤਰੀਕ ਨੂੰ ਭੋਗ ਪਾਏ ਜਾਣਗੇ। ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਜਥੇ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਉਣਗੇ। ਆਪਣੇ ਗੁਰਦੁਆਰਾ ਸਾਹਿਬ ਦੇ ਜਥੇ ਵੀ ਆਪ ਸੰਗਤਾਂ ਨੂੰ ਮਹਾਰਾਜ ਦਾ ਜਸ ਸਰਵਣ ਕਰਵਾਉਣਗੇ। 17 ਤਰੀਕ ਨੂੰ ਸੰਗਰਾਂਦ ਦਾ ਦਿਹਾੜਾ ਵੀ ਆਪਾਂ ਨੂੰ ਪ੍ਰਾਪਤ ਹੋਵੇਗਾ। ਸੋ ਉਸ ਦਿਨ ਵੀ ਆਪ ਸੰਗਤਾਂ ਵਾਸਤੇ ਲੰਗਰ ਪ੍ਰਸ਼ਾਦੇ ਤਿਆਰ ਹੋਣਗੇ। ਆਪ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।